जो बोले सो निर्भय भगवान वाल्मीकि महाराज की जय। मोहि न विसारो मैं जन तेरा, मोहि न विसारो मैं जन तेरा। राम गुसैया जी के जीवना, राम गुसैया जी की जीवना। मोहि न विसारो मैं जन तेरा। मेरी संगत पोच सोच दिन राती, मेरी संगत पोच सोच दिन राती। मेरा कर्म कुटिलता जन्म को पाती, मेरा कर्म कुटिलता जन्म को पाती, जन्म को पाती। मोहि न विसारो मैं जन तेरा। मेरी हरो विपत जन करो सुबाई, मेरी हरो विपत जन करो सुबाई। चरण न छाडू शरीर कल जाई, चरण न छाडू शरीर कल जाई, शरीर कल जाई। मोहि न विसारो मैं जन तेरा। कहो रविदास परो तेरी साबा, कहो रविदास परो तेरी साबा। बेग मिलो जन करना विलाबा, बेग मिलो जन करना विलाबा, करना विलाबा। मोहि न विसारो मैं जन तेरा, मोहि न विसारो मैं जन तेरा। राम गुसैया जी के जीवना, मोहि न विसारो मैं जन तेरा। जो बोले सो निर्भय भगवान वाल्मीकि महाराज की जय। गुरु प्यारी साध संगत जी, भगवान वाल्मीकि जी की जय। जय गुरुदेव, धन गुरुदेव। ਆਪਾਂ ਭਾਈ ਸਾਹਿਬ ਭਾਈ ਉਮਰ ਕਲਿਆਣ ਜੀ ਪਾਸੋਂ ਸ਼ਬਦ ਸਰਵਣ ਕੀਤਾ, ਜੋ ਕਿ ਸਤਿਗੁਰੂ ਰਵਿਦਾਸ ਜੀ ਰਾਗ ਗੌੜੀ ਦੇ ਅੰਦਰ ਅੰਕਿਤ ਕੀਤਾ।
ਮਾਲਕ ਦੇ ਪਿਆਰਿਆਂ ਨੇ ਜਦੋਂ ਜਦੋਂ ਵੀ ਬਾਣੀ ਦੀ ਸਿਰਜਣਾ ਕੀਤੀ, ਉਸ ਦੇ ਅੰਦਰ ਇੱਕ ਭੇਦ ਰੱਖਿਆ। ਉਹਨਾਂ ਨੇ ਉਸ ਬਾਣੀ ਰਾਹੀਂ ਸਮੁੱਚੀ ਮਾਨਵਤਾ ਨੂੰ ਉਸ ਪਰਮਾਤਮਾ ਨਾਲ ਜੁੜਨ ਦਾ ਢੰਗ, ਤਰੀਕਾ ਤੇ ਸਾਧਨ ਵਰਣਨ ਕੀਤਾ। ਜਿਸ ਤਰ੍ਹਾਂ ਆਪਾਂ ਆਖ ਲਈਏ ਕਿ ਸਤਿਗੁਰੂ ਰਵਿਦਾਸ ਜੀ ਦੀ ਬਹੁਤ ਸਾਰੀ ਬਾਣੀ ਆਪਾਂ ਨੂੰ ਅਜਿਹੀ ਮਿਲੇਗੀ ਜੋ ਕਿ ਉਹਨਾਂ ਨੇ ਉਸ ਸਮੇਂ ਵਿੱਚ ਕਰਮਕਾਂਡ, ਜੋ ਵੀ ਕਰਮਕਾਂਡ ਚੱਲਦੇ ਸਨ, ਉਹਨਾਂ ਕਰਮਕਾਂਡਾਂ ਨੂੰ ਮੁੱਖ ਰੱਖ ਕੇ ਲਿਖੀ ਗਈ, ਆਖੀ ਜਾ ਸਕਦੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਪ ਸਤਿਗੁਰੂ ਕਬੀਰ ਸਾਹਿਬ ਜੀ ਦੇ ਸਮਕਾਲੀ ਸਨ ਅਤੇ ਗੁਰਬਾਣੀ ਦੀ ਪੜਚੋਲ ਕਰਨ ਤੋਂ ਬਾਅਦ ਬਹੁਤ ਸਾਰੇ ਵਿਦਵਾਨ ਇਸ ਨਤੀਜੇ ਉੱਪਰ ਪਹੁੰਚੇ ਹਨ ਕਿ ਸਤਿਗੁਰੂ ਰਵਿਦਾਸ ਜੀ ਸਤਿਗੁਰੂ ਕਬੀਰ ਸਾਹਿਬ ਜੀ ਦੇ ਗੁਰਭਾਈ ਵੀ ਸਨ। ਕਈ ਵਿਦਵਾਨ ਇਸ ਗੱਲ ਨਾਲ ਸਹਿਮਤ ਨਹੀਂ ਕਿ ਆਪ ਸਤਿਗੁਰੂ ਕਬੀਰ ਸਾਹਿਬ ਜੀ ਦੇ ਗੁਰਭਾਈ ਸਨ, ਜਾਂ ਫਿਰ ਕਿ ਗੁਰੂ ਰਵਿਦਾਸ ਜੀ ਦਾ ਕੋਈ ਗੁਰੂ ਵੀ ਸੀ ਜਾਂ ਨਹੀਂ। ਆਪਾਂ ਇਸ ਵਾਦ ਵਿਵਾਦ ਤੋਂ ਉੱਪਰ ਉੱਠ ਕੇ ਵਿਚਾਰ ਕਰਾਂਗੇ ਕਿ ਉਹਨਾਂ ਨੇ ਆਪਣੀ ਬਾਣੀ ਅੰਦਰ ਕੀ ਉਪਦੇਸ਼ ਦਿੱਤਾ। ਮੈਂ ਬੇਨਤੀ ਕਰਾਂ, ਜੋ ਕੀਮਤ ਹੈ ਉਹ ਉਹਨਾਂ ਦੇ ਉਪਦੇਸ਼ ਦੀ ਹੈ। ਜਿਸ ਤਰ੍ਹਾਂ ਆਪਾਂ ਕਦੇ ਸੁਨਿਆਰੇ ਪਾਸ ਸੋਨੇ ਦੀ ਵਸਤੂ ਲੈਣ ਜਾਈਏ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਸੁਨਿਆਰਾ ਉਸ ਸੋਨੇ ਦੀ ਵਸਤੂ ਨੂੰ ਇੱਕ ਖੂਬਸੂਰਤ ਡੱਬੇ ਵਿੱਚ ਬੰਦ ਕਰਕੇ ਦਿੰਦਾ ਹੈ। ਜੇਕਰ ਉਹ ਸੁਨਿਆਰਾ ਆਪਾਂ ਨੂੰ ਸਿਰਫ ਡੱਬਾ ਹੀ ਦੇ ਦੇਵੇ ਅਤੇ ਉਸ ਵਿੱਚ ਸੋਨੇ ਦੀ ਵਸਤੂ ਨਾ ਹੋਵੇ ਤਾਂ ਉਸ ਦੀ ਕੀਮਤ ਕਿੰਨੀ ਹੋਵੇਗੀ ਆਪਾਂ ਸਾਰੇ ਹੀ ਜਾਣਦੇ ਹਾਂ। ਗੁਰਮੁਖ ਪਿਆਰਿਓ, ਬਾਣੀ ਕੀ ਹੈ? ਉਹਨਾਂ ਮਾਲਕ ਦੇ ਪਿਆਰਿਆਂ ਦਾ ਆਪਣਾ ਐਕਸਪੀਰੀਅੰਸ ਜਾਂ ਜਾਤੀ ਤਜਰਬਾ ਜਾਂ ਫਿਰ ਉਹਨਾਂ ਦਾ ਅਨੁਭਵ ਆਖਿਆ ਜਾ ਸਕਦਾ। ਮੈਂ ਸੰਗਤ ਦੀ ਜਾਣਕਾਰੀ ਲਈ ਬੇਨਤੀ ਕਰਾਂ ਕਿ ਅੱਜ ਇਸ ਸ਼ਬਦ ਦੀ ਵਿਆਖਿਆ ਭਾਈ ਬਲਜੀਤ ਸਿੰਘ ਜੀ ਕਰਨਗੇ। ਭਾਈ ਸਾਹਿਬ ਜੀ, ਭਗਵਾਨ ਵਾਲਮੀਕ ਕੀ ਜੈ। ਗੁਰਮੁਖ ਪਿਆਰਿਓ, ਸੰਸਾਰ ਵਿੱਚ ਜਿਨ੍ਹਾਂ ਪੌੜੀਆਂ ਤੇ ਚੜ੍ਹ ਕੇ ਉੱਚਤਾ ਪ੍ਰਾਪਤ ਹੁੰਦੀ ਹੈ ਉਹਨਾਂ ਨੂੰ ਧਰਮ ਦੀ ਪੌੜੀ ਆਖਿਆ ਜਾਂਦਾ। ਮਹਾਤਮਾ ਦੇ ਦੱਸਣ ਅਨੁਸਾਰ ਇੱਕ ਸੰਸਾਰ ਦਾ ਮਾਰਗ ਹੈ, ਦੂਸਰਾ ਕਰਤਾਰ ਦਾ ਮਾਰਗ ਹੈ ਜਾਂ ਪਰਮਾਤਮਾ ਦਾ ਮਾਰਗ ਹੈ। ਸੰਸਾਰ ਦਾ ਮਾਰਗ ਵਿੱਚ ਚਤੁਰਾਈ ਅਤੇ ਸਿਆਣਪ ਤੋਂ ਬਿਨਾਂ ਸਫਲਤਾ ਪ੍ਰਾਪਤ ਕਰਨੀ ਔਖੀ ਆਖੀ ਜਾ ਸਕਦੀ ਹੈ। ਦੂਸਰੇ ਪਾਸੇ ਆਪਾਂ ਕਰਤਾਰ ਦੇ ਮਾਰਗ ਦੀ ਗੱਲ ਕਰ ਲਈਏ, ਰੱਬ ਦੇ ਘਰ ਦੇ ਮਾਰਗ ਦੀ ਗੱਲ ਕਰ ਲਈਏ, ਭੋਲੇ ਭਾਲੇ ਬਣਨ ਤੋਂ ਬਿਨਾਂ ਤੈਅ ਨਹੀਂ ਕੀਤਾ ਜਾ ਸਕਦਾ। ਸਤਿਗੁਰੂ ਕਬੀਰ ਸਾਹਿਬ ਜੀ ਨੇ ਗੁਰਬਾਣੀ ਅੰਦਰ ਇੱਕ ਸ਼ਬਦ ਲਿਖਿਆ ਜੋ ਕਿ ਗੌੜੀ ਰਾਗ ਦੇ ਅੰਦਰ ਵਰਣਨ ਹੈ। ਕੀ ਫਰਮਾਇਆ ਸਤਿਗੁਰੂ ਕਬੀਰ ਸਾਹਿਬ ਜੀ ਨੇ? ਕੋ ਕਬੀਰ ਭਗਤ ਕਰ ਪਾਇਆ, ਭੋਲੇ ਭਾਲੇ ਮਿਲੇ ਰਘੁਰਾਇਆ। ਸਤਿਗੁਰੂ ਕਬੀਰ ਸਾਹਿਬ ਜੀ ਬਿਆਨ ਕਰਦੇ ਹਨ ਕਿ ਮੈਂ ਉਸ ਪਰਮਾਤਮਾ ਦੀ ਭਗਤੀ ਕੀਤੀ ਅਤੇ ਭਗਤੀ ਕਰਨ ਤੋਂ ਬਾਅਦ ਇਸ ਨਤੀਜੇ ਤੇ ਪਹੁੰਚਿਆ
ਕਿ ਭੋਲੇ ਭਾਲੇ ਬਣਨ ਤੋਂ ਬਗੈਰ ਉਸ ਪਰਮਾਤਮਾ ਦੇ ਘਰ ਤੱਕ ਨਹੀਂ ਪਹੁੰਚਿਆ ਜਾ ਸਕਦਾ। ਆਪਾਂ ਥੋੜੀ ਜਿਹੀ ਵਿਚਾਰ ਕਰਾਂਗੇ ਕਿ ਸਤਿਗੁਰੂ ਕਬੀਰ ਸਾਹਿਬ ਜੀ ਨੇ ਇਸ ਤਰ੍ਹਾਂ ਕਿਉਂ ਲਿਖਿਆ। ਆਪਾਂ ਆਖ ਸਕਦੇ ਹਾਂ ਕਿ ਵਿਗਿਆਨਕਾਂ ਨੇ ਬਾਹਰਲੀ ਦੁਨੀਆ ਦੀ ਖੋਜ ਕੀਤੀ ਕਿ ਦੁਨੀਆ ਦੀਆਂ ਵਸਤਾਂ ਵਿੱਚੋਂ ਸੁੱਖ ਅਤੇ ਆਰਾਮ ਕਿਸ ਤਰੀਕੇ ਨਾਲ ਪੈਦਾ ਕੀਤਾ ਜਾ ਸਕਦਾ। ਇਨਸਾਨ ਨੇ ਖੋਜ ਕੀਤੀ ਅਤੇ ਆਪਣੀ ਖੋਜ ਦੇ ਆਧਾਰ ਤੇ ਇਸ ਸਿੱਟੇ ਉੱਪਰ ਪਹੁੰਚਿਆ ਕਿ ਜੇਕਰ ਮੈਂ ਵਸਤਾਂ ਨੂੰ ਆਪਣੇ ਅਨੁਕੂਲ ਨਹੀਂ ਕਰਾਂਗਾ ਤਾਂ ਮੈਂ ਇਹਨਾਂ ਵਿੱਚੋਂ ਸੁੱਖ ਅਤੇ ਆਰਾਮ ਪੈਦਾ ਨਹੀਂ ਕਰ ਸਕਦਾ। ਉਦਾਹਰਨ ਦੇ ਤੌਰ ਤੇ ਕੜਕਦੀ ਧੁੱਪ ਹੈ, ਲੂ ਚੱਲਦੀ, ਟੈਂਪਰੇਚਰ 45 ਤੋਂ 50 ਸੈਲਸੀਅਸ ਤੱਕ ਪਹੁੰਚ ਗਿਆ। ਉਸ ਧੁੱਪ ਨੂੰ ਘਟਾਉਣ ਲਈ 에ਅਰ ਕੰਡੀਸ਼ਨ ਲਾ ਕੇ ਗਰਮ ਹਵਾ ਨੂੰ ਠੰਡੀ ਹਵਾ ਵਿੱਚ ਤਬਦੀਲ ਕਰਨ ਵਿੱਚ ਸਫਲ ਹੋ ਗਿਆ। ਭਾਵ ਇਸ ਨੇ ਹਵਾ ਨੂੰ ਆਪਣੇ ਅਨੁਕੂਲ ਵਿੱਚ ਕਰ ਲਿਆ। ਹਨੇਰੀ ਰਾਤ ਹੈ, ਦਿਖਾਈ ਕੁਝ ਨਹੀਂ ਦਿੰਦਾ। ਇਸ ਇਨਸਾਨ ਨੇ ਯਾਤਰਾ ਵੀ ਕਰਨੀ, ਕੰਮਕਾਰ ਵੀ ਕਰਨੇ। ਇਸ ਨੇ ਕੀ ਕੀਤਾ? ਰੋਸ਼ਨੀ ਨੂੰ ਕਾਇਮ ਕੀਤਾ। ਸਾਗਰ ਵਿੱਚ ਇਸ ਨੇ ਮੱਛੀਆਂ ਨੂੰ ਆਰ-ਪਾਰ ਜਾਂਦੇ ਹੋਏ ਦੇਖਿਆ ਅਤੇ ਸਮੁੰਦਰੀ ਜਹਾਜ਼ ਬਣਾ ਕੇ ਉਹਨਾਂ ਵਿੱਚੋਂ ਸੁੱਖ ਅਤੇ ਆਰਾਮ ਪੈਦਾ ਕੀਤਾ। ਪੰਛੀਆਂ ਨੂੰ ਹਵਾ ਵਿੱਚ ਇਸ ਇਨਸਾਨ ਨੇ ਉੱਡਦੇ ਹੋਏ ਦੇਖਿਆ ਅਤੇ ਹਵਾਈ ਜਹਾਜ਼ ਬਣਾ ਕੇ ਸੰਸਾਰਿਕ ਦੂਰੀ ਨੂੰ ਤੈਅ ਕਰਨ ਵਿੱਚ ਸਫਲ ਹੋ ਗਿਆ। ਦੂਸਰੇ ਪਾਸੇ ਆਪਾਂ ਕਰਤਾਰ ਭਾਵ ਰੱਬ ਦੇ ਘਰ ਦੀ ਦੂਰੀ ਬਾਰੇ ਮਾਲਕ ਦੇ ਪਿਆਰਿਆਂ ਨੇ ਖੋਜ ਕੀਤੀ ਅਤੇ ਆਪਣੇ ਆਪ ਨੂੰ ਉਸ ਮਾਲਕ ਦੇ ਅਸੂਲਾਂ ਅਨੁਸਾਰ ਢਾਲਣ ਦੀ ਕੋਸ਼ਿਸ਼ ਕੀਤੀ। ਮੈਂ ਬੇਨਤੀ ਕਰਾਂ, ਇੱਕ ਨੇ ਵਸਤਾਂ ਨੂੰ ਆਪਣੇ ਅਨੁਕੂਲ ਢਾਲਣ ਦੀ ਕੋਸ਼ਿਸ਼ ਕੀਤੀ, ਦੂਸਰੇ ਨੇ ਆਪਣੇ ਆਪ ਨੂੰ ਮਾਲਕ ਦੇ ਅਸੂਲਾਂ ਵਿੱਚ ਢਾਲਿਆ ਅਤੇ ਬਾਣੀ ਰਾਹੀਂ ਉਹਨਾਂ ਗੁਣਾਂ ਨੂੰ ਕਲਮਬੰਦ ਕੀਤਾ ਤਾਂ ਜੋ ਅਸੀਂ ਦੁਨੀਆ ਦੇ ਜੀਵ ਉਸ ਬਾਣੀ ਅਨੁਸਾਰ ਆਪਣੀ ਜ਼ਿੰਦਗੀ ਢਾਲ ਕੇ ਰੱਬ ਦੇ ਘਰ ਦੇ ਸਫ਼ਰ ਨੂੰ ਤੈਅ ਕਰ ਸਕੀਏ। ਜਿਸ ਤਰ੍ਹਾਂ ਭਗਵਾਨ ਵਾਲਮੀਕ ਜੀ ਨੇ ਬਾਣੀ ਅੰਦਰ ਸਫੇਦ ਬਸਤਰ ਉੱਪਰ ਕੇਸਰ ਦੇ ਰੰਗ ਚਾੜਨ ਦੀ ਗੱਲ ਕੀਤੀ, ਭਗਵਾਨ ਵਾਲਮੀਕ ਜੀ ਦੇ ਦੱਸਣ ਅਨੁਸਾਰ ਜੇਕਰ ਆਤਮਾ ਮੈਲੀ ਹੈ, ਆਤਮਾ ਗੰਦੀ ਹੈ, ਤਾਂ ਉਸ ਪਰਮਾਤਮਾ ਵਿੱਚ ਸਮਾ ਨਹੀਂ ਸਕੇਗੀ। ਉਹਨਾਂ ਨੇ ਪਰਮਾਤਮਾ ਦੇ ਇਸ ਅਸੂਲ ਨੂੰ ਸਮਝਿਆ ਕਿ ਪਰਮਾਤਮਾ ਪਿਓਰ ਹੈ, ਪਵਿੱਤਰ ਹੈ ਅਤੇ ਪਵਿੱਤਰ ਵਿੱਚ ਪਵਿੱਤਰ ਵਸਤੂ ਹੀ ਸਮਾ ਸਕਦੀ ਹੈ। ਹੰਕਾਰ ਨੂੰ ਭਗਵਾਨ ਵਾਲਮੀਕ ਜੀ ਨੇ ਦੁੱਖਾਂ ਦੀ ਖਾਣ ਆਖਿਆ। ਭਗਵਾਨ ਵਾਲਮੀਕ ਜੀ ਦੇ ਦੱਸਣ ਅਨੁਸਾਰ ਮਾਲਕ ਦੇ ਘਰ ਨੂੰ ਜਾਣ ਦਾ ਮਾਰਗ ਬਹੁਤ ਬਾਰੀਕ ਹੈ ਅਤੇ ਰੂਹਾਨੀ ਸਫ਼ਰ ਤੈਅ ਕਰਨ ਲਈ ਉਸ ਤਰ੍ਹਾਂ ਦਾ ਬਰੀਕ ਹੋਣਾ ਪਵੇਗਾ। ਭਗਵਾਨ ਵਾਲਮੀਕ ਜੀ ਨੇ ਆਪਣੇ ਐਕਸਪੀਰੀਅੰਸ ਤੋਂ ਸਾਨੂੰ ਦੱਸਿਆ ਕਿ ਸੰਸਾਰ ਦੀਆਂ ਵਸਤਾਂ ਮ੍ਰਿਗ ਤ੍ਰਿਸ਼ਨਾ ਦੀ ਨਿਆਈ ਹਨ। ਮੈਂ ਜ਼ਿਆਦਾ ਕੁਝ ਨਾ ਕਹਿੰਦੀ ਹੋਈ ਬੇਨਤੀ ਕਰਾਂ, ਕੁੱਲ ਮਾਲਕ ਅਕਾਲ ਪੁਰਖ ਦਾ ਸਾਕਾਰ ਰੂਪ ਹੁੰਦੇ ਹੋਏ
ਸਤਿਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਅੰਦਰ ਇੱਕ ਜਗ੍ਹਾ ਤੇ ਫਰਮਾਇਆ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਸਤਿਗੁਰੂ ਕਬੀਰ ਸਾਹਿਬ ਜੀ ਨੇ ਫਰਮਾਇਆ, ਰਾਮ ਕਬੀਰਾ ਏਕ ਭੈ ਹੈ, ਕੋਏ ਨਾ ਸਕੇ ਪਹਿਚਾਨੇ। ਅੱਜ ਦਾ ਇਹ ਜੋ ਸ਼ਬਦ ਹੈ ਉਹਨਾਂ ਗੁਣਾਂ ਉੱਪਰ ਆਧਾਰਿਤ ਆਖਿਆ ਜਾ ਸਕਦਾ, ਜਿਨ੍ਹਾਂ ਨੂੰ ਅਪਣਾਉਣ ਤੋਂ ਬਗੈਰ ਆਪਾਂ ਉਸ ਮਾਲਕ ਨਾਲ ਮਿਲਾਪ ਨਹੀਂ ਕਰ ਸਕਦੇ। ਮੁੱਖ ਵਾਕ ਸਤਿਗੁਰੂ ਰਵਿਦਾਸ ਜੀ ਦਾ ਹੈ, ਪਰ ਹੈ ਸਾਡੇ ਸਾਰਿਆਂ ਵਾਸਤੇ। ਬਾਣੀ ਰਾਗ ਗੌੜੀ गुरु रविदास जी की। मेरी संगत पोच सोच दिन राती, मेरा कर्म कुटिलता जन्म कुपाती। मेरी संगत पोच सोच दिन राती, मेरा कर्म कुटिलता जन्म कुपाती। ਗੁਰਮੁਖ ਪਿਆਰਿਓ, ਅੱਜ ਦਾ ਜਿਹੜਾ ਇਹ ਮੁੱਖ ਵਾਕ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਦੇ ਵਿੱਚੋਂ ਆਪਾਂ ਸੰਗਤ ਨਾਲ ਜਿਹੜਾ ਉਹ ਸਾਂਝਾ ਕਰਾਂਗੇ। ਜਿਸ ਤਰ੍ਹਾਂ ਭੈਣ ਜੀ ਸ਼ੁਰੂਆਤ ਦੇ ਵਿੱਚ ਥੋੜਾ ਜਿਹਾ ਇਸ਼ਾਰਾ ਜਿਹੜਾ ਉਹ ਦੇ ਗਏ ਬਾਣੀ ਦੇ ਅੰਦਰ ਕਿ ਮਹਾਤਮਾ ਨੇ ਜਦੋਂ ਵੀ ਇਹ ਬਾਣੀ ਲਿਖੀ ਆ, ਚਾਹੇ ਉਹ ਮਹਾਤਮਾ ਸਤਯੁਗ ਦੇ ਅੰਦਰ ਆਏ, त्रेता युग के अंदर भगवान वाल्मीकि जी इंसान के जामे दे विच आए, कुल मालक अकाल पुरख का साकार रूप आपां आख लईए। इसे तरह आपां द्वापर ते जां फिर आपां कलयुग की गल कर लईए, वो महात्मा आपां नूं उस मालक दे घर तक जाण दा जिहड़ा रस्ता कह लो उस दे प्रति जिहड़ा वो चेता कराउंदे, क्योंकि समय समय ते वो इसे ही काम वास्ते आउंदे तां कि इस इंसान नूं चेता कराया जा सके कि बई जिथों आपां आए आ ना उस दे विच समाउण लई कह लो, उत्थे जाण लई कह लो, इस इंसान नूं जिहड़ी किहड़े गुण कह लो उन्हां नूं धारण करना पवेगा। जिस तरह सतगुरु रविदास जी दे बहुत सारे शब्द जिहड़े वो इस चीज़ के प्रति जिहड़े वो गवाही भरते। जिस तरह उन्होंने एक शब्द जिहड़ा जी वो बेगमपुरा शहर को नाम लिखिया ते उस दे अखीर दे विच सतगुरु रविदास जी ने एक कड़ी लिख दी, कहंदे जो हम शहरी सो मीत हमारा। कहंदे जेकर तुसी मेरे शहर विच आके वसना चाहुंदे हो, जेकर तुसी मेरे नाल मित्रता पाउणी चाहुंदे हो, ते फिर जिस तरह मैं उस शहर दे विच बेगमपुरे दा वासी बनिया ना, जिन्ना चिर तुसी उन्हां गुणां नूं धारण नहीं करोगे ते फिर उस बेगमपुरे दे वासी जिहड़ा वो नहीं बन सकोगे। बाहरी कर्मकांड दी गल जिहड़ी गुरबाणी दे विच किते भी जिहड़ा और रियायत आपां कह लईए, ਜਾਂ जिस तरह ਆਪਾਂ ਬਾਹਰਲੀ दुनिया की गल करते हैं ना कि बई ਆਪਾਂ थोड़ा बहुत इधर उधर ਜਿਹੜਾ ਉਹ कर सकते, लेकिन गुरबाणी एक सबजैक्ट इहो जिहा जिस दे विच उन्हां महात्मा ने कोई रियायत कह लो इस इंसान नूं ਜਿਹੜੀ ਉਹ नहीं दित्ती। जिस तरह ਆਪਾਂ ਬਾਹਰੀ कर्मकांड की गल करते हुए विचार कर सकते, एक जिमीदार भरा आ ना ते पता जी वो की करते कि अपनी जिहड़ी बीजी हुई फसल आ ना, खास करके न्याई जिन्हों आपां कहने बिल्कुल जिहड़ी पिंड दे नेड़े हुंदी ते जिहड़े फिर डंगर जां होर कोई इस तरह के जानवर आ उन्हां तों बचाउण दे लई वो की करते, वो ये काम करते कि अपनी जिहड़ी फसल आ ना उसनूं कंडियालियां झाड़ियां जिहड़ियां उन्हां दे नाल जिहड़ी वो वाड़ करते। ते एक किसान भरा जिहड़ा वो अपनी फसल जिहड़ी बीजी हुई उसनूं वाड़ लगा रहा, ते वाड़ किस चीज़ की लगा रहा जी,
ਚੰਦਨ ਦੀ ਵਾੜ ਲਗਾ ਰਿਹਾ। ਆਪਾਂ ਨੂੰ ਪਤਾ ਕਿ ਚੰਦਨ ਦੀ ਲੱਕੜੀ ਜਿਹੜੀ ਉਹ ਬੜੀ ਮਹਿੰਗੀ, ਜਿਸ ਤਰ੍ਹਾਂ ਕਰਨਾਟਕਾ ਪ੍ਰਾਂਤ ਹਿੰਦੁਸਤਾਨ ਦੇ ਵਿੱਚ ਉੱਥੋਂ ਜਿਹੜੀ ਉਸ ਨੂੰ ਪ੍ਰਾਪਤ ਕੀਤਾ ਜਾਂਦਾ ਕਿ ਬਹੁਤ ਸਾਰੇ ਥਾਵਾਂ ਤੇ ਚੰਦਨ ਜਿਹੜਾ ਉਸ ਦੀ ਲੱਕੜੀ ਆਪਾਂ ਨੂੰ ਨਹੀਂ ਮਿਲ ਸਕਦੀ, ਭਾਵ ਉਹ ਬੜੀ ਕੀਮਤੀ ਆ। ਤੇ ਇੱਕ ਕਿਸਾਨ ਭਰਾ ਸਾਡੀ ਹਾਲਤ ਜਿਹੜੀ ਮਹਾਤਮਾ ਨੇ ਬਿਆਨ ਕੀਤੀ, ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਇੱਕ ਜਗ੍ਹਾ ਤੇ ਕਿ ਕਿਸਾਨ ਲਗਾ ਰਿਹਾ ਜੀ ਵਾੜ ਤੇ ਲਗਾ ਰਿਹਾ ਚੰਦਨ ਦੀ, ਤੇ ਕੋਈ ਲਾਗਿਓਂ ਦੀ ਨੇੜੇ ਲੰਘੀ ਜਾ ਰਹੇ ਸਨ ਲੋਕ। ਉਹਨਾਂ ਨੇ ਉਸ ਕਿਸਾਨ ਭਰਾ ਨੂੰ ਪੁੱਛਿਆ ਕਿ ਭਾਈ ਸਾਹਿਬ ਤੁਸੀਂ ਆ ਵਾੜ ਚੰਦਨ ਦੀ ਕਰ ਰਹੇ ਹੋ ਤੇ ਕੀ ਇਸ ਖੇਤ ਦੇ ਵਿੱਚ ਕੇਸਰ ਬੀਜਿਆ? ਆਪਾਂ ਨੂੰ ਪਤਾ ਕਿ ਕੇਸਰ ਜਿਹੜਾ ਉਹ ਬੜਾ ਮਹਿੰਗਾ, ਸਵਾਏ ਆਪਾਂ ਕਸ਼ਮੀਰ ਦਾ ਕੁਝ ਹਿੱਸਾ ਤੇ ਦੁਨੀਆ ਦੇ ਵਿੱਚ ਸਪੇਨ ਵਿੱਚ ਜਿਹੜਾ ਉਹ ਕੇਸਰ ਸਭ ਤੋਂ ਵੱਧ ਹੁੰਦਾ, ਭਾਵ ਕਿ ਬੜੀ ਕੀਮਤੀ ਚੀਜ਼। ਤੇ ਪਤਾ ਉਸ ਜ਼ਿਮੀਂਦਾਰ ਭਰਾ ਨੇ ਕੀ ਆਖਿਆ? ਕਹਿੰਦੇ ਜੀ ਕੇਸਰ ਤੇ ਨਹੀਂ ਬੀਜਿਆ। ਕਹਿੰਦੇ ਫਿਰ ਕੀ ਬੀਜਿਆ? ਕਹਿੰਦੇ ਜੀ ਕਿਕਰਾਂ ਬੀਜੀਆਂ। ਤੇ ਬੜੇ ਹੈਰਾਨ ਹੋਏ, ਉਹ ਕਹਿਣ ਲੱਗੇ ਕਿ ਵੇਖੋ ਬਈ ਕਿਕਰਾਂ ਬੀਜੀਆਂ ਉਸ ਖੇਤ ਦੇ ਵਿੱਚ ਕੰਡਿਆਲੀਆਂ, ਤੇ ਇਹ ਚੰਦਨ ਦੀ ਵਾੜ ਲਗਾ ਰਿਹਾ। ਤੇ ਫਿਰ ਜੇਕਰ ਆਪਾਂ ਕਹਿ ਦਈਏ ਕਿ ਪੰਜਾਬੀ ਵਿੱਚ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਕਿ ਵੀ ਉਸ ਨੂੰ ਸੋਝੀ ਨਹੀਂ, ਇਸੇ ਤਰ੍ਹਾਂ ਇੱਕ ਸੋਨੇ ਦਾ ਹੋਵੇ ਨਾ ਬਕਸਾ ਕਹਿ ਲਓ, ਡੱਬਾ ਕਹਿ ਲਓ, ਜਾਂ ਇੱਕ ਪੌਟ ਕਹਿ ਲਓ, ਤੇ ਉਸ ਦੇ ਵਿੱਚ ਜੇਕਰ ਆਪਾਂ ਕੱਚ ਜਿਹੜਾ ਉਹ ਪਾ ਦਈਏ, ਜਿਸ ਤਰ੍ਹਾਂ ਆਪਾਂ ਬੋਟਲ ਬੈਂਕ ਜਾਂਦੇ ਆ ਨਾ, ਖਾਲੀ ਬੋਤਲਾਂ ਜਿਹੜੀਆਂ ਉਹਨਾਂ ਨੂੰ ਜਿਹੜਾ ਉਹ ਸੁੱਟਣ ਵਾਸਤੇ, ਤੇ ਉਹੋ ਜਿਹਾ ਕੱਚ ਇੱਕ ਸੋਨੇ ਦੇ ਡੱਬੇ ਦੇ ਵਿੱਚ ਆਪਾਂ ਬੰਦ ਕਰ ਦਈਏ, ਤੇ ਫਿਰ ਕੋਈ ਇਨਸਾਨ ਜਿਹੜਾ ਉਹ ਆਪਾਂ ਨੂੰ ਇੰਨਾ ਜਿਹੜਾ ਉਹ ਸਿਆਣਾ ਨਹੀਂ ਆਖੇਗਾ। ਇਸ ਕਰਕੇ ਮਹਾਤਮਾ ਨੇ ਜਿਹੜੀ ਵੀ ਚੀਜ਼ ਬਾਣੀ ਦੇ ਅੰਦਰ ਲਿਖੀ ਆ ਨਾ, ਇਹ ਉਹਨਾਂ ਦਾ ਆਪਣਾ ਜਾਤੀ ਤਜਰਬਾ ਕਹਿ ਲਓ, ਅਨੁਭਵ ਕਹਿ ਲਓ, ਉਸ ਦੇ ਆਧਾਰ ਤੇ ਉਹਨਾਂ ਨੇ ਜਿਹੜੀ ਉਹ ਗੱਲ ਕੀਤੀ। ਸੋ ਅੱਜ ਦੇ ਇਸ ਸਤਿਗੁਰੂ ਰਵਿਦਾਸ ਜੀ ਦੇ ਸ਼ਬਦ ਦੇ ਵਿੱਚ ਆਪਾਂ ਉਹਨਾਂ ਦਾ ਜਿਹੜਾ ਜਾਤੀ ਤਜਰਬਾ, ਐਕਸਪੀਰੀਅੰਸ ਜਿਹੜਾ ਆਪਾਂ ਉਸ ਦੇ ਪ੍ਰਤੀ ਜਿਹੜੀ ਉਹ ਗੱਲ ਕਰਾਂਗੇ। ਭੈਣ ਜੀ ਥੋੜਾ ਜਿਹਾ ਇਸ਼ਾਰਾ ਦੇਗਾ ਆਪਣੀ ਵਾਰਤਾ ਸ਼ੁਰੂ ਦੇ ਵਿੱਚ ਕਿ ਦੋ ਤਰ੍ਹਾਂ ਦੇ ਮਾਰਗ ਹਨ। ਇੱਕ ਆ ਕਿ ਇਸ ਦੁਨੀਆ ਦਾ ਮਾਰਗ ਕਹਿ ਲਓ ਜਿਸ ਤਰ੍ਹਾਂ, ਤੇ ਦੂਸਰਾ ਜਿਹੜਾ ਇਨਸਾਨ ਦਾ ਮਾਰਗ, ਦੂਸਰਾ ਕਰਤਾਰ ਦਾ ਮਾਰਗ, ਭਾਵ ਉਸ ਰੱਬ ਦਾ ਮਾਰਗ। ਬੜੀ ਕਮਾਲ ਦੀ ਚੀਜ਼ ਜਿਹੜੀ ਉਹ ਬਾਣੀ ਦੇ ਅੰਦਰ ਆਪਾਂ ਨੂੰ ਲਿਖੀ ਹੋਈ ਇਸ ਦੇ ਪ੍ਰਤੀ ਮਿਲੇਗੀ ਕਿ ਜਿਹੜੇ ਦੁਨੀਆ ਦਾ ਮਾਰਗ ਆ ਉਸ ਦੇ ਵਿੱਚ ਇਸ ਇਨਸਾਨ ਨੇ ਕੀ ਕੀਤਾ? ਆਪਣੀ ਅਕਲ ਕਹਿ ਲਓ, ਆਪਣੀ ਬੁੱਧੀ ਕਹਿ ਲਓ, ਆਪਣੀ ਸੋਝੀ ਕਹਿ ਲਓ, ਉਸ ਦੇ ਅਨੁਸਾਰ ਵਸਤਾਂ ਦੇ ਨਿਯਮ ਨੂੰ ਸਮਝਿਆ। ਕੁਦਰਤ ਦੇ ਅਸੂਲ ਜਿਹੜੇ ਉਹਨਾਂ ਨੂੰ ਇਸ ਇਨਸਾਨ ਨੇ ਸਮਝਿਆ ਤੇ ਆਪਣੀ ਅਕਲ ਦੇ ਨਾਲ ਜਿਹੜਾ ਉਹਨਾਂ ਅਸੂਲਾਂ ਨੂੰ ਜਿਹੜਾ ਉਹ ਢਾਲ ਲਿਆ। ਜਿਸ ਤਰ੍ਹਾਂ ਆਪਾਂ ਵਿਚਾਰ ਕਰ ਚੁੱਕੇ ਹਾਂ ਕਿ ਵੀ ਗਰਮੀ ਦਾ ਮੌਸਮ ਹੋਵੇ ਨਾ, ਕਿ 45 ਜਾਂ 50 ਡਿਗਰੀ ਸੈਂਟੀਗ੍ਰੇਡ ਦੇ ਉੱਪਰ ਆਪਾਂ ਨੂੰ ਪਤਾ ਕਿ ਕਿੰਨੀ ਗਰਮੀ, ਇਸ ਇਨਸਾਨ ਨੇ ਉਸ ਗਰਮੀ ਦੇ ਅਸੂਲ ਨੂੰ ਸਮਝਿਆ ਤੇ ਗਰਮੀ ਦੇ ਅਸੂਲ ਨੂੰ ਸਮਝਣ ਤੋਂ ਬਾਅਦ ਜਿਹੜਾ ਉਹਨਾਂ ਨੇ 에ਅਰ ਕੰਡੀਸ਼ਨ ਲਾ ਲਈ ਜਾਂ ਪੱਖੇ ਲਾ ਲਏ ਤੇ ਉਸ ਨਿਯਮ ਜਿਹੜਾ ਉਸ ਨੂੰ ਆਪਣੇ ਸੁੱਖ ਅਤੇ ਆਰਾਮ ਦੇ ਵਾਸਤੇ ਜਿਹੜਾ ਉਹ ਤਬਦੀਲ ਕਰ ਦਿੱਤਾ। ਲੇਕਿਨ ਦੂਸਰੀ ਚੀਜ਼ ਜਿਹੜਾ ਰੱਬ ਦਾ ਮਾਰਗ, ਕਰਤਾਰ ਦਾ ਮਾਰਗ, ਉਸ ਪਰਮਾਤਮਾ ਦਾ ਮਾਰਗ, ਉਸ ਦੇ ਵਿੱਚ ਫਰਕ ਹੋਵੇਗਾ। ਕੀ ਫਰਕ ਹੋਵੇਗਾ? ਇਹ ਫਰਕ ਹੋਵੇਗਾ ਕਿ ਮਹਾਤਮਾ ਨੇ ਉਹਨਾਂ ਦੇ ਅਸੂਲ ਨੂੰ ਬਦਲਿਆ ਨਹੀਂ, ਉਹਨਾਂ ਨੇ ਆਪਣੇ ਆਪ ਨੂੰ ਉਸ ਪਰਮਾਤਮਾ ਦੇ ਅਸੂਲਾਂ ਦੇ ਵਿੱਚ ਢਾਲਿਆ ਤੇ ਉਸ ਪਰਮਾਤਮਾ ਦੀ ਜਿਹੜੀ ਉਹ ਪ੍ਰਾਪਤ ਕੀਤੀ। ਦੋ ਚੀਜ਼ਾਂ, ਇੱਕ ਆ ਦੁਨੀਆ ਦਾ ਮਾਰਗ, ਦੂਸਰਾ ਆਪਾਂ ਆਖ ਸਕਦੇ ਹਾਂ ਕਿ ਉਸ ਕਰਤਾਰ ਦਾ ਮਾਰਗ। ਆਪਾਂ ਵਿਚਾਰ ਕਰ ਚੁੱਕੇ ਹਾਂ, ਜਿਸ ਤਰ੍ਹਾਂ ਭੈਣ ਜੀ ਸ਼ੁਰੂ ਵਿੱਚ ਇਸ਼ਾਰਾ ਦੇ ਗਏ, ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਹਰੇਕ ਮਹਾਤਮਾ ਨੇ ਆਪਣੀ ਬਾਣੀ ਅੰਦਰ ਇਸ ਦਾ ਜ਼ਿਕਰ ਆਪਾਂ ਨੂੰ ਮਿਲੇਗਾ। ਵੱਖਰੇ ਵੱਖਰੇ ਮਹਾਤਮਾ ਦੀ ਬਾਣੀ ਦੇ ਅੰਦਰ ਇਹਨਾਂ ਨੇ ਰੈਫਰੈਂਸ ਲਿਆ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਕਹੋ ਕਬੀਰ ਭਗਤ ਕਰ ਪਾਇਆ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਮੈਂ ਭਗਤੀ ਕੀਤੀ। ਕਿਸ ਦੀ ਭਗਤੀ ਕੀਤੀ? ਉਸ ਮਾਲਕ ਦੀ ਭਗਤੀ ਕੀਤੀ। ਕਹੋ ਕਬੀਰ ਭਗਤ ਕਰ ਪਾਇਆ। ਕੀ ਪਾਇਆ? ਗੁਰਬਾਣੀ ਦੀ ਇਹ ਵਿਸ਼ੇਸ਼ਤਾ ਕਹਿ ਲਓ, ਵਡਿਆਈ ਕਹਿ ਲਓ,
ਬਾਣੀ ਦਾ ਗੁਣ ਕਹਿ ਲਓ ਕਿ ਕੋਈ ਇਨਸਾਨ ਕਿਸੇ ਮਹਾਤਮਾ ਦੀ ਜਿਹੜੀ ਪੂਰਨ ਮਹਾਤਮਾ ਦੀ ਬਾਣੀ ਆ ਨਾ, ਉਸ ਨੂੰ ਚੈਲੰਜ ਜਿਹੜਾ ਆਪਣੀ ਅਕਲ ਦੇ ਨਾਲ ਨਹੀਂ ਕਰ ਸਕਦਾ। ਕਿਉਂ ਨਹੀਂ ਕਰ ਸਕਦਾ? ਇਸ ਕਰਕੇ ਨਹੀਂ ਕਰ ਸਕਦਾ ਕਿ ਜੇਕਰ ਪਹਿਲੀ ਕੜੀ ਦੇ ਵਿੱਚ ਸਵਾਲ ਆ ਨਾ, ਤੇ ਦੂਸਰੀ ਕੜੀ ਦੇ ਵਿੱਚ ਉਸ ਦਾ ਆਪਾਂ ਨੂੰ ਜਿਹੜਾ ਉਹ ਜਵਾਬ ਮਿਲ ਜਾਏਗਾ। ਇਸ ਕਰਕੇ ਪਹਿਲੀ ਕੜੀ ਵਿੱਚ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਕੀ ਫਰਮਾਇਆ? ਕਹਿੰਦੇ ਕਹੋ ਕਬੀਰ, ਵੀਰ ਸਾਹਿਬ ਮਹਾਰਾਜ ਜੀ ਕਹਿੰਦੇ ਮੈਂ ਆਖਰਿਆਂ ਕੀ ਆਖਰਿਆਂ ਭਗਤ ਕਰ ਪਾਇਆ। ਕਹਿੰਦੇ ਮੈਂ ਉਸ ਮਾਲਕ ਦੀ ਬੰਦਗੀ ਕੀਤੀ, ਕੀ ਪਾਇਆ? ਕਹਿੰਦੇ ਭੋਲੇ ਭਾਏ ਮਿਲੇ ਰਘੁਰਾਇਆ। ਰਘੁਰਾਇਆ ਉਸ ਪਰਮਾਤਮਾ ਵਾਸਤੇ ਮਿਲਿਆ। ਕਹਿੰਦੇ ਮੈਂ ਤੁਹਾਨੂੰ ਆਪਣਾ ਜਾਤੀ ਤਜਰਬਾ ਦੱਸ ਰਿਹਾ ਕਿ ਬਈ ਜਿੰਨਾ ਚਿਰ ਇਹ ਇਨਸਾਨ ਆਪਣੇ ਅੰਦਰ ਉਹ ਗੁਣ ਪੈਦਾ ਨਹੀਂ ਕਰੇਗਾ, ਉਸ ਮਾਲਕ ਦੇ ਨਾਲ ਜਿਹੜਾ ਉਹ ਮਿਲਾਪ ਨਹੀਂ ਕਰ ਸਕਦਾ। ਮੈਂ ਇੱਕ ਲਿਟਰੇਚਰ ਪੜ੍ਹ ਰਿਹਾ ਸੀਗਾ, ਉਸ ਦੇ ਵਿੱਚ ਸੋਕਰੇਟੀਜ਼ ਨੇ ਦੀ ਇੱਕ ਬੜੀ ਵਧੀਆ ਵਾਰਤਾਲਾਪ ਜਿਹੜੀ ਉਸ ਦੇ ਵਿੱਚ ਮੈਨੂੰ ਮਿਲੀ। ਸੋਕਰੇਟੀਜ਼ ਨੇ, ਕਿਉਂਕਿ ਦੁਨੀਆ ਦਾ ਇੱਕ ਮਹਾਨ ਫਿਲਾਸਫਰ ਕਹਿ ਲਓ, ਇਸ ਦੁਨੀਆ ਦੇ ਅੰਦਰ ਹੋਇਆ, ਤੇ ਉਸਨੇ ਆਪਣੀ ਵਾਰਤਾਲਾਪ ਦੇ ਵਿੱਚ ਜ਼ਿਕਰ ਕੀਤਾ। ਕਹਿੰਦੇ ਜੀ ਉਹ ਕਿਸੇ ਸਮੁੰਦਰ ਦੇ ਕਿਨਾਰੇ ਦੇ ਉੱਪਰ ਜਿਹੜਾ ਉਹ ਟਹਿਲ ਰਿਹਾ, ਭਾਵ ਉਹ ਫਿਰ ਰਿਹਾ। ਸੋਕਰੇਟੀਜ਼ ਲਿਖਦੇ ਕਿ ਉਹਨਾਂ ਨੇ ਇੱਕ ਛੋਟਾ ਬੱਚਾ ਸੀ, ਉਸ ਨੂੰ ਰੋਂਦੇ ਹੋਏ ਜਿਹੜਾ ਉਹ ਦੇਖਿਆ, ਤੇ ਸੋਕਰੇਟੀਜ਼ ਉਸ ਬੱਚੇ ਦੇ ਕੋਲ ਗਏ ਤੇ ਉਸ ਦੇ ਸਿਰ ਤੇ ਰੱਖਿਆ ਹੱਥ ਤੇ ਬੜੇ ਪਿਆਰ ਦੇ ਨਾਲ ਉਸ ਨੂੰ ਪੁੱਛਿਆ ਕਿ ਬੇਟਾ ਤੂੰ ਕਿਉਂ ਰੋ ਰਿਹਾ? ਤੇ ਪਤਾ ਜੀ ਉਸ ਬੱਚੇ ਨੇ ਕੀ ਜਵਾਬ ਦਿੱਤਾ? ਕਹਿਣ ਲੱਗੇ ਕਿ ਆ ਜਿਹੜਾ ਸਮੁੰਦਰ ਮੇਰੇ ਸਾਹਮਣੇ ਮੈਨੂੰ ਦਿਸ ਰਿਹਾ ਨਾ, ਮੈਂ ਚਾਹੁੰਦਾ ਕਿ ਇਹ ਮੇਰੇ ਕੋਲ ਜਿਹੜਾ ਪੌਟ ਕਹਿ ਲਓ, ਲੋਟਾ ਕਹਿ ਲਓ, ਕਹਿੰਦੇ ਉਸ ਲੋਟੇ ਦੇ ਵਿੱਚ ਜਿਹੜਾ ਉਹ ਆ ਜਾਵੇ। ਸੋਕਰੇਟੀਜ਼ ਜੀ ਲਿਖਦੇ, ਕਹਿੰਦੇ ਮੈਂ ਬੜਾ ਹੈਰਾਨ ਹੋਇਆ ਕਿ ਬਈ ਏਡਾ ਵੱਡਾ ਸਮੁੰਦਰ ਜਿਹੜਾ ਇਹ ਇੱਕ ਛੋਟੇ ਜਿਹੇ ਲੋਟੇ ਦੇ ਵਿੱਚ, ਉਸਦੇ ਪੌਟ ਦੇ ਵਿੱਚ ਬੱਚੇ ਦੇ ਇਹ ਕਿੱਦਾਂ ਆ ਸਕਦਾ? ਕਹਿੰਦੇ ਬੇਟਾ ਇਦਾਂ ਹੋ ਨਹੀਂ ਸਕਦਾ, ਕਿਉਂਕਿ ਉਹ ਬੜੀ ਵੱਡੀ ਹਸਤੀ ਆ, ਕਹਿ ਲਓ ਬੜੀ ਵੱਡਾ ਸਮੁੰਦਰ ਆ, ਇਹ ਤੇਰੇ ਲੋਟੇ 'ਚ ਕਿੱਦਾਂ ਆ ਜਾਏਗਾ? ਤੇ ਉਸ ਬੱਚੇ ਨੇ ਆਪਣਾ ਲੋਟਾ ਕਹਿ ਲਓ, ਉਹ ਪੌਟ ਕਹਿ ਲਓ, ਕਹਿੰਦੇ ਜੀ ਵਗਾ ਕੇ ਉਸ ਸਮੁੰਦਰ ਦੇ ਵਿੱਚ ਮਾਰਿਆ ਤੇ ਕਹਿਣ ਲੱਗਾ ਜੇਕਰ ਸਮੁੰਦਰ ਮੇਰੇ ਲੋਟੇ ਵਿੱਚ ਨਹੀਂ ਆ ਸਕਦਾ ਨਾ, ਤੇ ਫਿਰ ਕਹਿੰਦੇ ਮੇਰਾ ਲੋਟਾ ਜਿਹੜਾ ਉਹ ਤੇ ਉਸ ਸਮੁੰਦਰ ਦੇ ਵਿੱਚ ਜਾ ਸਕਦਾ। ਸੋਕਰੇਟੀਜ਼ ਦੁਨੀਆ ਦਾ ਇੱਕ ਫਿਲਾਸਫਰ ਆਪਣੀ ਵਾਰਤਾਲਾਪ ਦੇ ਵਿੱਚ ਇਸ ਚੀਜ਼ ਬਾਰੇ ਲਿਖ ਰਿਹਾ। ਕਹਿੰਦੇ ਉਹ ਉਸ ਬੱਚੇ ਦੇ ਇਸ ਸਿਧਾਂਤ ਤੋਂ ਕਹਿ ਲਓ, ਇਸ ਸਿੱਖਿਆ ਤੋਂ ਕਹਿ ਲਓ, ਕਹਿੰਦੇ ਜੀ ਉਸ ਨੂੰ ਸੋਝੀ ਮਿਲ ਗਈ ਕਿ ਉਹ ਪਰਮਾਤਮਾ ਅਥਾਇਆ, ਉਸ ਦਾ ਗਿਆਨ ਅਥਾਇਆ। ਕਹਿੰਦੇ ਸੋਕਰੇਟੀਜ਼ ਕਹਿੰਦੇ ਉਸ ਦੀਆਂ ਲਿਖਤਾਂ ਦੇ ਵਿੱਚ ਕਹਿੰਦੇ ਵੀ ਉਹ ਚੀਜ਼ ਜਿਹੜੀ ਉਹ ਨਹੀਂ ਆ ਸਕਦੀ। ਇਸੇ ਤਰ੍ਹਾਂ ਮਹਾਤਮਾ ਨੇ ਵੱਖਰੇ ਵੱਖਰੇ ਸਮੇਂ ਦੇ ਉੱਪਰ ਆ ਕੇ ਆਪਾਂ ਨੂੰ ਉਹਨਾਂ ਗੁਣਾਂ ਨੂੰ ਧਾਰਨ ਕਰਨ ਦੀ ਗੱਲ ਜਿਹੜੀ ਉਹ ਆਪਣੇ ਸਾਹਮਣੇ ਰੱਖੀ। ਹੁਣ ਆਪਾਂ ਅਸ਼ਟਾਵਕਰ ਦੀ ਗੱਲ ਕਰ ਲੈਂਦੇ ਥੋੜੀ ਜਿਹੀ, ਕਿਉਂਕਿ ਇਹ ਅੱਜ ਦੀ ਗੱਲ ਨਹੀਂ, ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੇ ਸਮੇਂ ਦੀ ਗੱਲ ਨਹੀਂ, ਸਤਿਗੁਰੂ ਰਵਿਦਾਸ ਜੀ ਦੇ ਸਮੇਂ ਦੀ ਗੱਲ ਨਹੀਂ। ਇਹ ਕਹਿੰਦੇ ਉਹ ਆਪਾਂ ਜੇਕਰ ਤ੍ਰੇਤਾ ਯੁੱਗ ਦੀ ਗੱਲ ਕਰ ਲਈਏ, ਦੁਆਪਰ ਯੁੱਗ ਦੀ ਗੱਲ ਕਰ ਲਈਏ, ਉਦੋਂ ਵੀ ਇਹ ਚੀਜ਼ ਜਿਹੜੀ ਆਪਣੇ ਸਾਹਮਣੇ ਆਵੇਗੀ। ਅਸ਼ਟਾਵਕਰ ਜੀ ਦਾ ਇੱਕ ਜਗ੍ਹਾ ਤੇ ਜ਼ਿਕਰ ਮਿਲਦਾ ਜੀ, ਕਿਉਂਕਿ ਵਿਸਥਾਰ ਵਿੱਚ ਆਪਾਂ ਜ਼ਿਆਦਾ ਨਹੀਂ ਜਾਵਾਂਗੇ ਕਿਉਂਕਿ ਸਮਾਂ ਜਿਹੜਾ ਉਹ ਆਪਣੀ ਰਫ਼ਤਾਰ ਨਾਲ ਤੁਰਿਆ ਜਾ ਰਿਹਾ। ਅਸ਼ਟਾਵਕਰ ਇਸ ਕਰਕੇ ਕਹਿੰਦੇ ਕਿ ਉਸ ਦੇ ਜਿਹੜਾ ਸਰੀਰ ਸੀ ਨਾ, ਉਸ ਨੂੰ 8 ਵਲ ਜਿਹੜੇ ਉਹ ਪੈਂਦੇ ਸਨ। ਵੇਦਾਂ ਵਿੱਚ ਇਸ ਦੇ ਪ੍ਰਤੀ ਜਿਹੜੀ ਉਹ ਵੱਖਰੀ ਵੱਖਰੀ ਕਹਾਣੀ ਮਿਲਦੀ, ਲੇਕਿਨ ਆਪਾਂ ਉਸ ਪਾਸੇ ਨਹੀਂ ਜਾਵਾਂਗੇ। ਕਮਾਈ ਵਾਲੇ ਸਨ ਤੇ ਰਾਜਾ ਜਨਕ ਜੀ ਜਿਹੜੇ ਸਨ, ਉਹਨਾਂ ਦੇ ਸਮੇਂ ਦੇ ਵਿੱਚ ਇਹ ਹੋਏ ਤੇ ਰਾਜਾ ਜਨਕ ਜੀ ਇੱਕ ਵਾਰੀ ਕਹਿਣ ਲੱਗੇ ਕਿ ਬਈ ਉਹਨਾਂ ਨੂੰ ਰੱਬ ਦੇ ਘਰ ਦਾ ਗਿਆਨ ਚਾਹੀਦਾ। ਤੇ ਫਿਰ ਕਹਿੰਦੇ ਜੀ ਉੱਥੇ ਸਭਾ ਲੱਗੀ ਤੇ ਉਸ ਸਭਾ ਦੇ ਵਿੱਚ ਅਸ਼ਟਾਵਕਰ ਜੀ ਵੀ ਬੈਠੇ ਸਨ। ਸਾਰੇ ਜਿਹੜੇ ਸਨ ਉਹ ਕਹਿੰਦੇ ਜੀ ਨੀਵੀਆਂ ਪਾ ਲੀਆਂ, ਕਿਉਂਕਿ ਰਾਜਾ ਜਨਕ ਦੀ ਇਹ ਸ਼ਰਤ ਸੀ ਕਿ ਉਹਨਾਂ ਨੂੰ ਗਿਆਨ ਇੰਨੇ ਸਮੇਂ ਚਾਹੀਦਾ ਜਿਸ ਤਰ੍ਹਾਂ ਇੱਕ ਪੈਰ ਜਿਹੜਾ ਉਹ ਰਕਾਬ ਵਗੈਰਾ ਹੁੰਦੀ ਨਾ ਘੋੜੇ ਦੇ ਉੱਪਰ ਚੜ੍ਹਨ ਵਾਸਤੇ, ਤੇ ਉਸ ਦੇ ਵਿੱਚ ਆਪਣਾ ਪੈਰ ਰੱਖਦੇ ਤੇ ਘੋੜੇ ਦੇ ਜਿਹੜਾ ਉਹ ਚੜ੍ਹ ਜਾਂਦੇ।
ਕਹਿੰਦੇ ਰਾਜਾ ਜਨਕ ਉਹਨੇ ਸਮੇਂ ਦੇ ਵਿੱਚ ਜਿਹੜਾ ਉਹਨਾਂ ਨੂੰ ਰੱਬ ਦੇ ਘਰ ਦਾ ਗਿਆਨ ਚਾਹੀਦਾ। ਲਿਖਤ ਵਿੱਚ ਇਸ ਤਰ੍ਹਾਂ ਮਿਲਦਾ ਕਿ ਅਸ਼ਟਾਵਕਰ ਜੀ ਉੱਠੇ ਤੇ ਰਾਜੇ ਦੇ ਸਿੰਘਾਸਨ ਤੇ ਜਾ ਕੇ ਬੈਠ ਗਏ, ਕਿਉਂਕਿ ਰਾਜੇ ਜਨਕ ਨੇ ਇਹ ਸੰਦੇਸ਼ਾ ਦਿੱਤਾ ਸੀ ਕਿ ਜਿਹੜਾ ਬਈ ਮੈਨੂੰ ਰੱਬ ਦੇ ਘਰ ਦਾ ਗਿਆਨ ਜਿਹੜਾ ਉਹ ਇੰਨੇ ਸਮੇਂ 'ਚ ਦੇ ਦੇਵੇ ਤੇ ਇਸ ਸਿੰਘਾਸਨ ਦੇ ਉੱਪਰ ਜਿਹੜਾ ਉਹ ਆ ਕੇ ਬੈਠ ਸਕਦਾ। ਅਸ਼ਟਾਵਕਰ ਜੀ ਉੱਥੇ ਗਏ ਬੈਠ ਤੇ ਸਾਰੇ ਲੋਕੀ ਜਿਹੜੇ ਉਹ ਹੱਸਣ ਲੱਗ ਪਏ ਕਿ ਦੇਖੋ ਇਸ ਦੇ ਸਰੀਰ ਨੂੰ 8 ਵਲ ਪੈ ਰਿਹਾ ਹੈ, ਤੁਰ ਇਹਦੇ ਕੋ ਹੁੰਦਾ ਨਹੀਂ ਤੇ ਇਹ ਰੱਬ ਦੇ ਘਰ ਦਾ ਗਿਆਨ ਜਿਹੜਾ ਰਾਜਾ ਜਨਕ ਨੂੰ ਦੇਣ ਲੱਗਾ। ਵਾਰਤਾਲਾਪ ਇਸ ਵਿੱਚ ਇਸ ਤਰ੍ਹਾਂ ਮਿਲਦਾ ਕਿ ਉਸਨੇ ਰਾਜਾ ਜਨਕ ਨੂੰ ਇਹ ਗੱਲ ਆਖੀ ਕਿ ਬਈ ਅਸੀਂ ਰੱਬ ਦੇ ਘਰ ਦਾ ਗਿਆਨ ਜਿਹੜਾ ਉਹ ਤੈਨੂੰ ਦੇ ਦਿੰਨੇ, ਲੇਕਿਨ ਸ਼ਰਤ ਇਹ ਕਿਹਾ ਕਿ ਤਨ ਮਨ ਤੇ ਧਨ ਜਿਹੜਾ ਇਸ ਨੂੰ ਜਿਹੜਾ ਉਹ ਕਹਿੰਦੇ ਜੀ ਅਰਪਣ ਕਰ ਦੇ। ਆਪਾਂ ਗੱਲ ਉੱਥੇ ਲੈ ਕੇ ਆਵਾਂਗੇ। ਮਹਾਤਮਾ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਸ ਮਨ ਦੀ ਗੱਲ ਕੀਤੀ, ਜਿੰਨਾ ਚਿਰ ਇਹ ਮਨ ਨਹੀਂ ਮੰਨੇਗਾ, ਜਿੰਨਾ ਚਿਰ ਇਹ ਮਨ ਦੇ ਉੱਪਰ ਹਾਵੀ ਨਹੀਂ ਹੋਵੇਗਾ, ਉਹਨਾਂ ਚਿਰ ਇਹ ਉਸ ਪਰਮਾਤਮਾ ਦੇ ਘਰ ਵਿੱਚ ਨਹੀਂ ਪਹੁੰਚ ਸਕਦਾ। ਅਸ਼ਟਾਵਕਰ ਜੀ ਨੇ ਸ਼ਰਤ ਰੱਖ ਦਿੱਤੀ। ਕਹਿੰਦੇ ਸਭ ਤੋਂ ਪਹਿਲਾਂ ਰਾਜੇ ਨੂੰ ਉਹਨਾਂ ਨੇ ਕੀ ਕਿਹਾ, ਕਹਿੰਦੇ ਜੀ ਅੱਜ ਜਿੱਥੇ ਲੋਕਾਂ ਨੇ ਜੁੱਤੀਆਂ ਲਾਈਆਂ ਹਨ ਨਾ, ਕਹਿੰਦੇ ਉੱਥੇ ਜਾ ਕੇ ਬੈਠ ਜਾ। ਤੇ ਉਸ ਤੋਂ ਇਲਾਵਾ ਕਹਿੰਦੇ ਮਨ ਅਤੇ ਧਨ, ਕਹਿੰਦੇ ਬੇਸ਼ੱਕ ਤੇਰੀ ਜਿਹੜੀ ਲਾਲਸਾ ਕਹਿ ਲਓ, ਵਾਸਨਾ ਕਹਿ ਲਓ, ਖਿਆਲ ਕਹਿ ਲਓ, ਕਹਿੰਦੇ ਇਹਨਾਂ ਚੀਜ਼ਾਂ ਵਿੱਚ ਆ, ਲੇਕਿਨ ਕਹਿੰਦੇ ਤੂੰ ਵਚਨ ਕਰ ਚੁੱਕਾ ਕਿ ਬਈ ਤਨ ਮਨ ਤੇ ਧਨ ਜਿਹੜਾ ਉਹ ਕਹਿੰਦੇ ਅੱਜ ਤੋਂ ਬਾਅਦ ਜਿਹੜਾ ਉਹ ਤੇਰਾ ਹੈ। ਲੇਕਿਨ ਲਿਖਤ ਵਿੱਚ ਕੀ ਮਿਲਦਾ ਕਿ ਅਸ਼ਟਾਵਕਰ ਜੀ ਜਿਹੜੇ ਸਨ ਉਹਨਾਂ ਨੇ ਰਾਜਾ ਜਨਕ ਜੀ ਨੂੰ ਜਿਹੜਾ ਉਹ ਗਿਆਨ ਦੇ ਦਿੱਤਾ। ਇਸੇ ਤਰ੍ਹਾਂ ਗੁਰਬਾਣੀ ਦੇ ਅੰਦਰ ਇਸ ਦੇ ਪ੍ਰਤੀ ਇਸ਼ਾਰਾ ਮਿਲੇਗਾ, ਕਹਿੰਦੇ ਮਨ ਵੇਚੇ ਸਤਿਗੁਰ ਕੇ ਪਾਸ। ਜਿੰਨਾ ਚਿਰ ਇਹ ਇਨਸਾਨ ਆਪਣੇ ਮਨ ਨੂੰ ਸਤਿਗੁਰੂ ਨੂੰ ਨਹੀਂ ਵੇਚੇਗਾ, ਸਤਿਗੁਰੂ ਨੇ ਜਿਸ ਤਰ੍ਹਾਂ ਆਪਾਂ ਕਹਿ ਲਈਏ ਨਾ ਕਿ ਸਰੈਂਡਰ ਹੋਣ ਦੀ ਗੱਲ, ਜਿਸ ਤਰ੍ਹਾਂ ਉਸ ਦੇ ਅਧੀਨ ਹੋਣ ਦੀ ਗੱਲ ਜਿਹੜੀ ਉਹ ਨਹੀਂ ਬਣ ਸਕੇਗੀ। ਬਾਣੀ ਅੰਦਰ ਇਸੇ ਕਰਕੇ ਜ਼ਿਕਰ ਮਿਲਿਆ, ਕਹਿੰਦੇ ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਕਹਿੰਦੇ ਰਾਸ ਹੋਣ ਦੀ ਗੱਲ ਜਿਹੜੀ ਆਪਾਂ ਉਸ ਚੀਜ਼ ਦੇ ਉੱਪਰ ਜਿਹੜਾ ਬਾਣੀ ਜਿਹੜੀ ਉਹ ਪਹਿਰਾ ਦੇਵੇ। ਇਸ ਕਰਕੇ ਜਿਸ ਤਰ੍ਹਾਂ ਆਪਾਂ ਵਿਚਾਰ ਕਰ ਰਹੇ ਹਾਂ, ਜਦੋਂ ਇਸ ਇਨਸਾਨ ਦੀ ਇਹ ਅਵਸਥਾ ਬਣ ਜਾਵੇਗੀ, ਫਿਰ ਕਹਿੰਦੇ ਉਹ ਇਨਸਾਨ ਦਾਅਵੇ ਨਾਲ ਕਹਿ ਸਕਦਾ, ਜਿਸ ਤਰ੍ਹਾਂ ਆਪਾਂ ਕੋਈ ਚੀਜ਼ ਇਹ ਕਹੀਏ ਨਾ ਕਿ ਮੈਂ ਆ ਚੀਜ਼ ਜਿਹੜੀ ਆ ਇਹ ਆਪਣੇ ਐਕਸਪੀਰੀਅੰਸ ਤੋਂ ਕਹਿ ਸਕਦਾ। ਉਸ ਸਮੇਂ ਦੇ ਵਿੱਚ ਇਹੋ ਜਿਹੀ ਵਾਰਤਾਲਾਪ ਆਪਾਂ ਨੂੰ ਆਮ ਮਿਲੇਗੀ ਇਹਨਾਂ ਦੀ ਬਾਣੀ ਦੇ ਵਿੱਚੋਂ, ਸਤਿਗੁਰੂ ਰਵਿਦਾਸ ਜੀ ਦੇ, ਕਿ ਬਈ ਜਿਹੜੇ ਨੀਚ ਜਾਤੀ ਦੇ ਲੋਕ ਸਨ ਉਹਨਾਂ ਨੂੰ ਉਸ ਮਾਲਕ ਦੀ ਭਗਤੀ ਕਰਨ ਦਾ ਜਿਹੜਾ ਉਹ ਕੋਈ ਵੀ ਹੱਕ ਜਿਹੜਾ ਉਹ ਨਹੀਂ ਸੀ ਆਖਿਆ ਜਾ ਸਕਦਾ, ਕਿਉਂਕਿ ਬਾਣੀ ਵਿੱਚ ਬਹੁਤ ਸਾਰੇ ਸ਼ਬਦ ਜਿਹੜੇ ਉਹ ਇਸ ਤਰ੍ਹਾਂ ਦੇ ਮਿਲਣਗੇ। ਲੇਕਿਨ ਸਤਿਗੁਰੂ ਰਵਿਦਾਸ ਜੀ ਨੇ ਉਸ ਸਮੇਂ ਦੀ ਪ੍ਰੀਸਟ ਕਲਾਸ ਜਿਹੜੀ ਉਹਨਾਂ ਦੇ ਪ੍ਰਤੀ ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ, ਜੋ ਹਮ ਬਾਂਦੇ ਮੋਹ ਫਾਸ। ਇਸ ਸ਼ਬਦ ਦੇ ਵਿੱਚ ਉਹਨਾਂ ਨੇ ਇੱਕ ਕੜੀ ਲਿਖੀ ਜੀ, ਕਹਿੰਦੇ ਆਪਣ ਬਾਪੇ ਨਾ ਹੀ ਕਿਸੇ ਕੋ। ਉਸ ਸਮੇਂ ਦੀ ਪ੍ਰੀਸਟ ਕਲਾਸ ਨੂੰ ਸਤਿਗੁਰੂ ਰਵਿਦਾਸ ਜੀ ਨੇ ਚੈਲੰਜ, ਜਿਸ ਤਰ੍ਹਾਂ ਆਪਾਂ ਪੰਜਾਬੀ 'ਚ ਕਹਿ ਦਈਏ ਨਾ ਕਿ ਚੈਲੰਜ ਕਰਨਾ, ਚੈਲੰਜ ਕੀਤਾ। ਕਹਿੰਦੇ ਉਹ ਪੰਡਿਤ ਭਰਾਵੋ, ਵਿਦਵਾਨ ਭਰਾਵੋ, ਤੁਸੀਂ ਇਸ ਗੱਲ ਦਾ ਦਾਅਵਾ ਕਰਦੇ ਹੋ ਕਿ ਬਈ ਜਿਹੜੇ ਨੀਚ ਜਾਤੀ ਦੇ ਲੋਕ ਆ ਉਹਨਾਂ ਨੂੰ ਉਸ ਮਾਲਕ ਦੀ ਬੰਦਗੀ ਕਰਨ ਦਾ ਹੱਕ ਨਹੀਂ, ਲੇਕਿਨ ਮੈਂ ਤੁਹਾਨੂੰ ਆਪਣੇ ਤਜਰਬੇ ਦੇ ਆਧਾਰ ਤੇ ਸਤਿਗੁਰੂ ਰਵਿਦਾਸ ਜੀ ਕਹਿੰਦੇ ਦੱਸ ਰਿਹਾ, ਆਪਨ ਬਾਪੇ ਨਾਹੀ ਕਿਸੀ ਕੋ ਭਾਵਨ ਕੋ ਹਰ ਰਾਜਾ। ਹਰ ਰਾਜਾ ਤੋਂ ਭਾਵ ਇੱਥੇ ਉਸ ਪਰਮਾਤਮਾ ਵਾਸਤੇ ਉਹਨਾਂ ਨੇ ਵਰਤਿਆ। ਕਹਿੰਦੇ ਪਰਮਾਤਮਾ ਦੀ ਬੰਦਗੀ ਕਰਨੀ ਤੁਹਾਡੇ ਪਿਓ ਦੀ ਜਾਇਦਾਦ ਜਿਹੜੀ ਉਹ ਨਹੀਂ, ਕਿਉਂਕਿ ਪ੍ਰੀਸਟ ਕਲਾਸ ਉਸ ਸਮੇਂ ਦੇ ਵਿੱਚ ਵੀ ਅਤੇ ਅੱਜ ਵੀ ਆਪਾਂ ਆਖ ਸਕਦੇ ਹਾਂ ਇਸ ਗੱਲ ਦਾ ਦਾਅਵਾ ਕਰਦੇ ਕਿ ਬਈ ਜਿਹੜੀ ਕਿਸੇ ਵੀ ਧਰਮ ਦੇ ਨਾਲ ਆ ਕਿ ਇਹ ਉਹਨਾਂ ਦੀ ਆਪਣੀ ਜੱਦੀ ਜਾਇਦਾਦ ਜਿਹੜੀ ਉਸ ਦੇ ਪ੍ਰਤੀ ਜਿਹੜਾ ਉਹ ਦੱਸ ਰਿਹਾ। ਇਸੇ ਤਰ੍ਹਾਂ ਸਤਿਗੁਰੂ ਰਵਿਦਾਸ ਜੀ ਤੋਂ ਇਲਾਵਾ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੇ ਵੀ, ਕਿਉਂਕਿ ਇਹ ਕਾਂਸ਼ੀ ਦੇ ਅੰਦਰ ਹੋਏ ਤੇ ਕਾਂਸ਼ੀ ਦੇ ਅੰਦਰ ਕਿਉਂਕਿ ਇਹ ਸ਼ਿਵ ਜੀ ਦੀ ਨਗਰੀ ਸੀ ਤੇ ਉਸ ਸਮੇਂ ਇੱਕ ਆਮ ਪਰੰਪਰਾ ਕਹਿ ਲਓ ਇਹ ਬਣਾਈ ਸੀ ਕਿ ਜਿਹੜਾ ਇਨਸਾਨ ਅਖੀਰਲੇ ਸਮੇਂ ਦੇ ਵਿੱਚ
ਕਾਂਛੀ ਦੇ ਵਿੱਚ ਪ੍ਰਾਣ ਤਿਆਗੇਗਾ ਨਾ ਤੇ ਫਿਰ ਉਹ ਸ਼ਿਵਪੁਰੀ ਨੂੰ ਜਾਵੇਗਾ, ਕਿਉਂਕਿ ਉਸ ਸਮੇਂ ਦੇ ਅੰਦਰ ਇਹ ਜਿਹੜੀ ਵਾਰਤਾਲਾਪ ਜਿਹੜੀ ਉਹ ਚੱਲਦੀ। ਲੇਕਿਨ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਕਾਂਛੀ ਦੇ ਅੰਦਰ ਰਹਿ ਕੇ ਇਸ ਵਹਿਮ ਕਹਿ ਲਓ, ਭਰਮ ਕਹਿ ਲਓ, ਉਸ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ ਕਿ ਵੀ ਚਾਹੇ ਤੁਸੀਂ ਕਾਂਛੀ ਦੇ ਅੰਦਰ ਹੋ, ਚਾਹੇ ਕਿਸੇ ਹੋਰ ਜਗ੍ਹਾ ਦੇ ਅੰਦਰ ਹੋ, ਉਸ ਮਾਲਕ ਦੀ ਬੰਦਗੀ ਕਹਿ ਲਓ, ਉਸ ਮਾਲਕ ਨਾਲ ਮਿਲਾਪ ਦੀ ਗੱਲ ਕਹਿ ਲਓ, ਇਸ ਦਾ ਕੋਈ ਵੀ ਭਿੰਨ ਔਰ ਭੇਦ ਜਿਹੜਾ ਉਹ ਨਹੀਂ। ਹੁਣ ਇਹਨਾਂ ਨੇ ਅਖੀਰਲਾ ਸਮਾਂ ਜਿਹੜਾ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦਾ ਲਿਖਤ ਵਿੱਚ ਇਸ ਤਰ੍ਹਾਂ ਮਿਲਦਾ ਕਿ ਮਗਹਰ ਜਿਹੜਾ ਕਿ ਗੋਰਖਪੁਰ ਤੋਂ 15 ਮੀਲ ਦੀ ਦੱਸਦੇ ਦੂਰੀ ਤੇ ਆ, ਕਹਿੰਦੇ ਜੀ ਉੱਥੇ ਇੱਕ ਛੋਟੀ ਜੀ ਬਸਤੀ ਆ ਮਗਹਰ, ਜਿਸ ਤਰ੍ਹਾਂ ਆਪਾਂ ਪਿੰਡ ਕਹਿ ਲਈਏ ਉਸ ਦਾ ਨਾਂ ਆ, ਤੇ ਉੱਥੇ ਇਹਨਾਂ ਨੇ ਆਪਣਾ ਜਿਹੜਾ ਉਹ ਸਰੀਰ ਤਿਆਗਿਆ, ਸਿਰਫ ਇਸ ਕਰਕੇ ਕਿ ਮਾਲਕ ਦੇ ਪਿਆਰੇ ਆਪਾਂ ਨੂੰ ਕਿਸੇ ਵਹਿਮ ਔਰ ਭਰਮ ਵਿੱਚ ਨਹੀਂ ਰੱਖਣਾ ਚਾਹੁੰਦੇ, ਕਿਉਂਕਿ ਉਸ ਮਾਲਕ ਦੀ ਬੰਦਗੀ ਕਰਕੇ ਉਹਨਾਂ ਨੇ ਉਸ ਚੀਜ਼ ਨੂੰ ਪ੍ਰਾਪਤ ਕੀਤਾ ਅਤੇ ਗੁਰਬਾਣੀ ਦੇ ਅੰਦਰ ਸਾਡੇ ਵਾਸਤੇ ਉਹਨਾਂ ਨੇ ਉਸ ਚੀਜ਼ ਨੂੰ ਜਿਹੜਾ ਉਹ ਲਿਖਿਆ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ ਇਸ ਦੇ ਪ੍ਰਤੀ ਇੱਕ ਜਗ੍ਹਾ ਤੇ ਜਿਸ ਤਰ੍ਹਾਂ ਸਤਿਗੁਰੂ ਰਵਿਦਾਸ ਜੀ ਨੇ ਲਿਖਿਆ ਕਿ ਇਹ ਮਾਲਕ ਦੀ ਬੰਦਗੀ ਤੁਹਾਡੇ ਪਿਓ ਦੀ ਜਾਇਦਾਦ ਨਹੀਂ, ਇਸੇ ਤਰ੍ਹਾਂ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਬਾਣੀ ਅੰਦਰ ਜ਼ਿਕਰ ਕੀਤਾ, ਕਹਿੰਦੇ ਕਾਂਛੀ ਉਸ ਸਮੇਂ ਦੇ ਪ੍ਰੀਸਟ ਕਲਾਸ ਨੇ, ਇੱਕ ਜਿਸ ਤਰ੍ਹਾਂ ਆਪਾਂ ਕਹਿ ਦਈਏ ਨਾ ਕਿ ਕਿਸੇ ਨੂੰ ਟਾਂਚ ਕਰਨੀ, ਉਹਨਾਂ ਨੇ ਟਾਂਚ ਕੀਤੀ। ਕਹਿੰਦੇ ਕਾਂਛੀ ਮਗਹਰ ਸਮਕਰ ਵਿਚਾਰੀ, ਓਸ਼ੀ ਭਗਤ ਕੈਸੇ ਉਤਰ ਸਪਾਰੀ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੂੰ ਕਹਿੰਦੇ ਓਸ਼ੀ, ਜਿਸ ਤਰ੍ਹਾਂ ਆਪਾਂ ਬੇਵਕੂਫ ਨੂੰ ਕਹਿੰਦੇ ਆ ਨਾ, ਉੱਥੋਂ ਇਹ ਲਫ਼ਜ਼ ਲੈ ਕੇ ਆਂਦਾ। ਕਹਿੰਦੇ ਦੇਖੋ ਇਸ ਦੀ ਮੱਤ ਨੂੰ ਕਹਿੰਦੇ ਕੀ ਹੋ ਗਿਆ, ਕਹਿੰਦੇ ਸਾਰੀ ਦੁਨੀਆ ਜਿਹੜੀ ਉਹ ਕਾਂਛੀ ਵਿੱਚ ਆ ਰਹੀ, ਇਸ ਕਰਕੇ ਆ ਰਹੀ ਕਿ ਮਰਨ ਤੋਂ ਬਾਅਦ ਇਹਨਾਂ ਨੇ ਜੀ ਸ਼ਿਵਪੁਰੀ ਵੇ ਜਾਣਾ, ਤੇ ਕਹਿੰਦੇ ਇਹ ਓਸ਼ਾ ਭਗਤ ਇਹੋ ਜਿਹਾ ਕਹਿੰਦੇ ਅਖੀਰਲੇ ਸਮੇਂ ਤੇ ਕਹਿੰਦੇ ਕਾਂਛੀ ਨੂੰ ਛੱਡ ਕੇ ਤੇ ਮਗਹਰ ਨੂੰ ਤੁਰ ਪਿਆ। ਤੇ ਮਗਹਰ ਉਸ ਸਮੇਂ ਇਹ ਆਖਿਆ ਜਾਂਦਾ ਸੀ ਕਿ ਜਿਹੜਾ ਇਨਸਾਨ ਮਗਹਰ ਦੇ ਵਿੱਚ ਆਪਣੇ ਪ੍ਰਾਣ ਤਿਆਗੇਗਾ ਨਾ, ਤੇ ਫਿਰ ਉਹ ਇੱਕ ਘਟੀਆ ਜੂਨ, ਜਿਸ ਤਰ੍ਹਾਂ ਖੋਤਾ ਤੇ ਕੁੱਤਾ ਜਿਹੜਾ ਨਾ ਜੂਨਾਂ ਦੇ ਵਿੱਚੋਂ ਸਭ ਤੋਂ ਨੀਚੀਆਂ ਜੂਨਾਂ ਜਿਹੜੀ ਇਹਨਾਂ ਨੂੰ ਗਿਣਿਆ ਜਾਂਦਾ, ਕਹਿੰਦੇ ਫਿਰ ਉਹ ਇੱਥੇ ਜਾ ਕੇ ਤੇ ਜਨਮ ਲਵੇਗਾ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ ਇਸ ਕਾਂਛੀ ਅਤੇ ਮਗਹਰ ਦੀ ਗੱਲ ਕਰਦੇ ਹੋਏ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ 692 ਪੇਜ ਦੇ ਉੱਪਰ, ਕਹਿੰਦੇ ਕਹਿਤ ਕਬੀਰ ਸੁਨੋ ਰੇ ਲੋਈ। ਬਹੁਤ ਸਾਰੇ ਸ਼ਬਦ ਉਹਨਾਂ ਨੇ ਲੋਈ ਨੂੰ ਮੁਖਾਲਫਤ ਕਰਦੇ ਹੋਏ ਜਿਹੜੇ ਉਹ ਲਿਖੇ। ਕੀ ਫਰਮਾਇਆ, ਕਹਿੰਦੇ ਕਹਿਤ ਕਬੀਰ ਸੁਨੋ ਰੇ ਲੋਈ, ਭਰਮ ਨਾ ਭੁੱਲੋ ਕੋਈ। ਕਹਿੰਦੇ ਇਹੋ ਜਿਹੇ ਭਰਮ ਦੇ ਵਿੱਚ ਤੁਸੀਂ ਜਿਹੜਾ ਉਹ ਨਾ ਪਵੋ। ਕਹਿੰਦੇ ਕਿਆ ਕਾਂਛੀ ਕਿਆ ਉਖੜੂ ਮਗਹਰ, ਉਖੜੂ ਤੋਂ ਭਾਵ ਜਿਸ ਤਰ੍ਹਾਂ ਆਪਾਂ ਇੱਕ ਕਲਰ ਵਾਲੀ ਜ਼ਮੀਨ ਹੋਵੇ ਨਾ, ਤੇ ਉਸ ਦੇ ਵਿੱਚ ਆਪਾਂ ਕੋਈ ਵੀ ਬੀਜ ਬੀਜ ਦਈਏ ਤੇ ਫਿਰ ਉਹ ਉੱਗੇਗਾ ਨਹੀਂ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਉਸ ਚੀਜ਼ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ। ਕਹਿੰਦੇ ਕਹਿਤ ਕਬੀਰ ਸੁਨੋ ਰੇ ਲੋਈ, ਭਰਮ ਨਾ ਭੂਲੋ ਕੋਈ, ਕਿਆ ਕੰਛੀ ਕਿਆ ਉਖਰੂ ਮਗਹਰ, ਰਾਮ ਹਿਰਦੇ ਜੋ ਹੋਈ। ਕਹਿੰਦੇ ਸਵਾਲ ਕਿਸ ਚੀਜ਼ ਦਾ, ਮਾਮਲਾ ਕਿਸ ਚੀਜ਼ ਦਾ, ਕਹਿੰਦੇ ਸਵਾਲ ਇਸ ਚੀਜ਼ ਦਾ ਬਈ ਕਿ ਬਈ ਰਾਮ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ, ਰਾਮ ਦਾ ਹਿੱਸਾ ਬਣਨਾ, ਰਾਮ ਦੇ ਵਿੱਚ ਜਾ ਕੇ ਸਮਾਉਣਾ। ਤੇ ਰਾਮ ਵਿੱਚ ਕਦੋਂ ਸਮਾਵਾਂਗੇ, ਜਦੋਂ ਉਸ ਦੇ ਜਿਹੜੇ ਗੁਣ ਆਣਾ ਉਹਨਾਂ ਨੂੰ ਆਪਾਂ ਜਿਹੜਾ ਉਹ ਧਾਰਨ ਕਰਾਂਗੇ। ਇਸ ਕਰਕੇ ਸਤਿਗੁਰੂ ਰਵਿਦਾਸ ਜੀ ਕੁੱਲ ਮਾਲਕ ਅਕਾਲ ਪੁਰਖ ਦਾ ਸਾਕਾਰ ਰੂਪ ਹੁੰਦੇ ਹੋਏ ਕੀ ਫਰਮਾਇਆ, ਕਹਿੰਦੇ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੁਪੰਤੀ। ਕੁੱਲ ਮਾਲਕ ਅਕਾਲ ਪੁਰਖ ਹੁੰਦੇ ਹੋਏ ਕੀ ਫਰਮਾ ਰਿਹਾ, ਕਹਿੰਦੇ ਵੀ ਆ ਗੁਣ ਜਿਹੜੇ ਆ ਨਾ ਉਹਨਾਂ ਨੂੰ ਧਾਰਨ ਕਰਨਾ ਜਿਹੜਾ ਇਸ ਇਨਸਾਨ ਨੂੰ ਪਵੇਗਾ, ਹੈ ਨਹੀਂ ਲੇਕਿਨ ਉਸ ਲੈਵਲ ਤੇ ਸਾਨੂੰ ਲੈ ਕੇ ਆ ਰਿਹਾ ਹੈ। ਕਹਿੰਦੇ ਮੇਰੀ ਸੰਗਤ ਪੋਚ, ਪੋਚ ਤੋਂ ਪਾਪ ਨੀਚ। ਕਹਿੰਦੇ ਮੇਰਾ ਕਿਉਂਕਿ ਵਾਸਾ ਕਿਹਨਾਂ ਦੇ ਨਾਲ, ਲੈਣ ਦੇਣ ਕਿਹਨਾਂ ਦੇ ਨਾਲ, ਕਹਿੰਦੇ ਜਿਹੜੇ ਨੀਵੀਂ ਜਾਤ ਵਾਲੇ ਉਹਨਾਂ ਦੇ ਨਾਲ। ਸੰਗਤ ਪੋਚ ਸੋਚ ਦਿਨ ਰਾਤੀ, ਕਹਿੰਦੇ ਮੈਨੂੰ ਇਸੇ ਸੋਚ ਦੇ ਵਿੱਚ ਦਿਨ ਅਤੇ ਰਾਤ ਜਿਹੜੀ ਉਹ ਬੀਤੀ ਜਾ ਰਹੀ। ਕਹਿੰਦੇ ਮੇਰਾ ਕਰਮ ਕੁਟਿਲਤਾ,
ਕੁਟਿਲਤਾ ਤੋਂ ਭਾਵ ਭੈੜਾ, ਕਰਮ ਤੋਂ ਭਾਵ ਕੰਮ। ਕਿਉਂਕਿ ਬਾਣੀ ਵਿੱਚ ਉਹਨਾਂ ਨੇ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ ਕਿ ਜਿਸ ਤਰ੍ਹਾਂ ਬਨਾਰਸ ਦੇ ਲਾਗੇ ਜਿੱਥੇ ਉਹ ਰਹਿੰਦੇ ਸਨ, ਕਿੱਤਾ ਤੇ ਵੱਖਰੀ ਗੱਲ, ਲੇਕਿਨ ਕਹਿੰਦੇ ਢੋਰ ਢਵੰਤਾ ਭਾਵ ਮਰੇ ਹੋਏ ਡੰਗਰ ਜਿਹੜੇ ਉਹ ਉਹਨਾਂ ਨੂੰ ਢੋਂਦੇ ਸਨ ਜਾਂ ਨਹੀਂ, ਇਹ ਵੱਖਰੀ ਗੱਲ ਆ। ਲੇਕਿਨ ਉਹਨਾਂ ਨੇ ਸਾਨੂੰ ਇਹ ਚੀਜ਼ ਸਮਝਾਉਣ ਦੇ ਲਈ ਕਿੱਤਾ, ਚਾਹੇ ਇਹ ਇਨਸਾਨ ਕੋਈ ਵੀ ਕਰਤਾ, ਚਾਹੇ ਉਹ ਕਿਸੇ ਵੀ ਕਿਸਮ ਦਾ ਕਰਤਾ, ਲੇਕਿਨ ਕਹਿੰਦੇ ਬਾਹਰਲੇ ਕਿੱਤੇ ਦੇ ਨਾਲ ਉਸ ਮਾਲਕ ਦੀ ਜਿਹੜੀ ਬੰਦਗੀ ਆ ਨਾ, ਉਸ ਦਾ ਕੋਈ ਵੀ ਸੰਬੰਧ ਜਿਹੜਾ ਉਹ ਨਹੀਂ ਆਖਿਆ ਜਾ ਸਕਦਾ। ਕੀ ਫਰਮਾਇਆ ਸਤਿਗੁਰੂ ਰਵਿਦਾਸ ਜੀ ਨੇ ਪਹਿਲੀਆਂ ਕੜੀਆਂ ਦੇ ਅੰਦਰ? ਕਹਿੰਦੇ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੁਪੰਤੀ। ਕਹਿੰਦੇ ਵੀ ਮੇਰਾ ਜਿਹੜਾ ਜਨਮਿਆ ਨਾ ਕੁਪੰਤੀ ਤੋਂ ਭਾਵ ਨੀਚੀ ਜਾਤ ਦੇ ਅੰਦਰ ਆ, ਲੇਕਿਨ ਕਹਿੰਦੇ ਫਿਰ ਵੀ ਦੁਨੀਆ ਦੀ ਕੋਈ ਵੀ ਪਰਵਾਹ ਜਿਹੜੀ ਉਹਨਾਂ ਨੇ ਨਹੀਂ ਕੀਤੀ। ਇਸ ਤੋਂ ਅੱਗੇ ਸਤਿਗੁਰੂ ਰਵਿਦਾਸ ਜੀ ਆਪਾਂ ਨੂੰ ਕੀ ਸਮਝਾ ਰਹੇ ਅਗਲੀਆਂ ਕੜੀਆਂ ਦੇ ਵਿੱਚ? ਭੈਣ ਜੀ ਪਾਸੋਂ ਸਰਨ ਕਰੋ। ਹਾਂਜੀ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੁਪਾਤੀ। ਰਾਮ ਗੁਸਈਆਂ ਜੀ ਕੇ ਜੀਵਨਾ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਰਾਮ ਗੁਸਈਆਂ ਜੀ ਕੇ ਜੀਵਨਾ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਕੁੱਲ ਮਾਲਕ ਅਕਾਲ ਪੁਰਖ ਦਾ ਸਾਕਾਰ ਰੂਪ ਹੁੰਦੇ ਹੋਏ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਬੇਨਤੀ ਕਰ ਚੁੱਕੇ ਕਿ ਮਹਾਤਮਾ ਨੇ ਆਪਣੀ ਜ਼ਿੰਦਗੀ ਦੀ ਜਿਹੜੀ ਉਹ ਉਦਾਹਰਨ ਬਣ ਕੇ ਸਾਡੇ ਸਾਹਮਣੇ ਪੇਸ਼ ਕੀਤੀ, ਲੇਕਿਨ ਦੇਖੋ ਉਹਨਾਂ ਦੀ ਨਿਮਰਤਾ ਦੀਨਤਾ ਅੱਜ ਦੀ ਜਿਹੜੀ ਉਹ ਆਪਾਂ ਨੂੰ ਕਿੱਥੇ ਲੈ ਕੇ ਜਿਹੜੀ ਹੋ ਜਾ ਰਹੀ। ਹਾਲੇ ਕਿ ਬਾਣੀ ਦੇ ਅੰਦਰ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ, ਕਹਿੰਦੇ ਤੋਹੀ ਮੋਹੀ ਅੰਤਰ ਕੈਸਾ। ਚੈਲੰਜ ਕੀਤਾ, ਕਹਿੰਦੇ ਐ ਮਾਲਕ ਤੇਰੇ ਵਿੱਚ ਅਤੇ ਮੇਰੇ ਵਿੱਚ ਕੋਈ ਵੀ ਪੈਨ ਔਰ ਭੇਦ ਜਿਹੜਾ ਉਹ ਨਹੀਂ ਹੈਗਾ, ਤੇ ਹੁੰਦਾ ਵੀ ਨਹੀਂ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਜਿਸ ਤਰ੍ਹਾਂ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਸਮੁੰਦਰ ਅਤੇ ਸਮੁੰਦਰ ਦੀਆਂ ਲਹਿਰਾਂ ਦੀ ਗੱਲ ਕੀਤੀ, ਸੋਨਾ ਅਤੇ ਸੋਨੇ ਦੀਆਂ ਬਣੀਆਂ ਹੋਈਆਂ ਵਸਤਾਂ ਦੀ ਗੱਲ ਕੀਤੀ, ਸਤਿਗੁਰੂ ਰਵਿਦਾਸ ਜੀ ਨੇ ਉਸ ਚੀਜ਼ ਨੂੰ ਜਿਹੜਾ ਆਪਣੇ ਸਮੇਂ ਵਿੱਚ ਲੈ ਕੇ ਆਂਦਾ, ਕਹਿੰਦੇ ਕਨਕ ਕਟਕ ਜਲ ਤਰੰਗ ਜੈਸਾ। ਕਹਿੰਦੇ ਸਾਡਾ ਸੰਬੰਧ ਉਸ ਮਾਲਕ ਦੇ ਨਾਲ ਕਿਸ ਤਰ੍ਹਾਂ ਦਾ? ਕਹਿੰਦੇ ਜਿਸ ਤਰ੍ਹਾਂ ਸਮੁੰਦਰ ਦੀ ਜਿਹੜੀ ਲਹਿਰ ਆ ਨਾ, ਉਸ ਨੂੰ ਸਮੁੰਦਰ ਤੋਂ ਵੱਖਰਾ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਕਦੋਂ ਨਹੀਂ ਕੀਤਾ ਜਾ ਸਕਦਾ? ਕਹਿੰਦੇ ਮੈਂ ਜਨ ਤੇਰਾ। ਸਤਿਗੁਰੂ ਰਵਿਦਾਸ ਜੀ ਨੇ ਕੀ ਫਰਮਾਇਆ? ਕਹਿੰਦੇ ਜਦੋਂ ਇਹ ਇਨਸਾਨ ਉਸ ਦਾ ਜਨ ਬਣਨਾ ਸਿੱਖ ਜਾਵੇਗਾ, ਜਦੋਂ ਇਹ ਇਨਸਾਨ ਆਪਣੇ ਅੰਦਰ ਉਹ ਗੁਣ ਪੈਦਾ ਕਰਨੇ ਸ਼ੁਰੂ ਕਰ ਲਵੇਗਾ, ਭਾਵ ਆਪਣੀ ਮਤ ਜਿਹੜੀ ਹੈ ਨਾ ਉਸ ਨੂੰ ਤਿਆਗਣਾ ਅਤੇ ਗੁਰੂ ਦੀ ਮਤ ਜਿਹੜੀ ਉਸ ਨੂੰ ਗ੍ਰਹਿਣ ਕਰਨਾ। ਇਸ ਕਰਕੇ ਗੁਰਬਾਣੀ ਦੇ ਅੰਦਰ ਇਸ਼ਾਰਾ ਮਿਲਦਾ ਜੀ, ਕਹਿੰਦੇ ਮਨ ਕੀ ਮਤ ਤੇ ਆਗੋ ਹਰਜਨ, ਇਹ ਹਾ ਬਾਤ ਕੁਠੈਨੀ। ਕੁਠੈਨੀ ਤੋਂ ਭਾਵ ਕਠਨ। ਕਹਿੰਦੇ ਇਹੋ ਹੀ ਚੀਜ਼ ਜਿਹੜੀ ਆ ਨਾ ਉਹ ਕਹਿੰਦੇ ਕਠਨਿਆ ਕਿ ਇਹ ਇਨਸਾਨ ਗੁਰੂ ਦੀ ਗੱਲ ਮੰਨਣ ਵਾਸਤੇ ਹੀ ਤਿਆਰ ਨਹੀਂ। ਜਦੋਂ ਇਹ ਉਸ ਦਾ ਜਨ ਬਣ ਜਾਵੇਗਾ ਤੇ ਫਿਰ ਇਹ ਆਪਣੇ ਮਨ ਦੇ ਵਿਕਾਰ ਕਹਿ ਲਓ, ਮਨ ਦੀ ਚਤੁਰਾਈ ਕਹਿ ਲਓ, ਮਨ ਦਾ ਦਾਇਰਾ ਕਹਿ ਲਓ, ਉਸ ਤੋਂ ਉੱਪਰ ਚਲਾ ਜਾਵੇਗਾ, ਕਿਉਂਕਿ ਇਹ ਉਸ ਦੇ ਵਰਗਾ ਹੀ ਹੋ ਜਾਵੇਗਾ, ਉਸ ਦਾ ਰੂਪ ਹੀ ਜਿਹੜਾ ਉਹ ਹੋ ਜਾਵੇਗਾ। ਕਿਉਂਕਿ ਮਨ ਕੀ ਕਰਦਾ? ਮਨ ਨੇ ਇੱਕ ਦੀਵਾਰ ਖੜੀ ਕਰ ਦਿੱਤੀ। ਕਿਹੜੀ ਦੀਵਾਰ? ਜਾਤਾਂ ਦੀ ਦੀਵਾਰ, ਪਾਤਾਂ ਦੀ ਦੀਵਾਰ, ਉੱਚੇ ਅਤੇ ਨੀਵੇਂ ਦੀ ਦੀਵਾਰ, ਆਪਣੇ ਅਤੇ ਪਰਾਏ ਦੀ ਦੀਵਾਰ। ਬਾਣੀ ਕੀ ਕਹਿੰਦੀ? ਅੱਜ ਜਿਨ੍ਹਾਂ ਦੇ ਮੁੱਖ ਵਾਕ ਤੇ ਆਪਾਂ ਵਿਚਾਰ ਕਰ ਰਹੇ, ਕਦੇ ਆਪਾਂ ਇਹਨਾਂ ਦੀ ਬਾਣੀ ਦੇ ਉੱਪਰ ਵਿਚਾਰ ਕਰਕੇ ਵੇਖੀਏ। ਕੀ ਫਰਮਾਇਆ? ਕਹਿੰਦੇ ਏਕੇ ਮਾਟੀ ਕੇ ਸਭ ਭਾਂਡੇ, ਸਭ ਕਾ ਏਕੋ ਸਿਰਜਣਹਾਰਾ, ਰਵਿਦਾਸ ਬੇ ਆਪੇ ਏਕੋ ਘਟ ਪੀਤਰ, ਸਭ
ਕੋ ਏਕੇ ਘੜੇ ਕੁਮਹਾਰਾ। ਕਹਿੰਦੇ ਸਾਰਿਆਂ ਨੂੰ ਇੱਕ ਹੀ ਘੁਮਿਆਰ ਨੇ ਬਣਾਇਆ, ਤੇ ਫਿਰ ਆਪਾਂ ਉੱਚੇ ਤੇ ਨੀਵੇਂ ਦੀ ਗੱਲ ਕਿੱਥੋਂ ਲੈਣ ਦੀ, ਜਾਤ ਤੇ ਪਾਤ ਦੀ ਗੱਲ ਕਿੱਥੋਂ ਲੈਣ ਦੀ, ਆਪਣੇ ਆਪ ਨੂੰ ਵੱਖਰਾ ਕਰਨ ਦੀ ਗੱਲ ਜਿਹੜੀ ਉਹ ਕਿੱਥੋਂ ਲੈ ਆਂਦੀ। ਇਸ ਦਾ ਮਤਲਬ ਕਿ ਅਸੀਂ ਆਪਣੇ ਮਨ ਦੀ ਮੱਤ ਤੋਂ ਜਿਹੜਾ ਉਹ ਉੱਪਰ ਨਹੀਂ ਗਏ। ਹੋਰ ਜਗ੍ਹਾ ਤੇ ਫਰਮਾਇਆ ਬਾਣੀ ਦੇ ਅੰਦਰ, ਕਹਿੰਦੇ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਕਹਿੰਦੇ ਅਵਲ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ। ਲੋਗਾ ਭਰਮਨ ਨਾ ਭੁੱਲੋ ਭਾਈ, ਕਹਿੰਦੇ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਰਬ ਠਾਈ। ਸਰਬ ਠਾਈ ਲਿਖਿਆ, ਕਿਤੇ ਉਹਨਾਂ ਨੇ ਇਹ ਨਹੀਂ ਕਿਹਾ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਕਿ ਬਈ ਉਹ ਕਿਸੇ ਉੱਚੇ ਪਹਾੜ ਤੇ ਆ ਜਾਂ ਕਿਸੇ ਗੁਰੂ ਘਰ ਦੇ ਵਿੱਚ ਰਹਿੰਦਾ। ਗੁਰੂ ਘਰ ਵਿੱਚ ਰਹਿਣ ਦੀ ਗੱਲ ਕਿੱਥੋਂ ਆਈ? ਇਸ ਇਨਸਾਨ ਦਾ ਜਿਹੜਾ ਮਨ ਆ ਨਾ, ਇਹ ਉਸਨੇ ਪੈਦਾ ਕੀਤਾ। ਇਸ ਕਰਕੇ ਸਤਿਗੁਰੂ ਰਵਿਦਾਸ ਜੀ ਨੇ ਕੀ ਫਰਮਾਇਆ? ਕਹਿੰਦੇ ਰਾਮ ਗਸਈਆ ਜੀ ਕੇ ਜੀਵਨਾ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਸਤਿਗੁਰੂ ਰਵਿਦਾਸ ਜੀ ਨੇ ਅਗਲੀਆਂ ਕੜੀਆਂ ਦੇ ਵਿੱਚ ਕੀ ਫਰਮਾਇਆ? ਭੈਣ ਜੀ ਪਾਸੋਂ ਸਰਵਣ ਕਰੋ। ਹਾਂਜੀ। ਰਾਮ ਗਸਈਆ ਜੀ ਕੇ ਜੀਵਨਾ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਮੇਰੀ ਹਰੋ ਵਿਪਤ ਜਨ ਕਰੋ ਸੁਭਾਈ, ਚਰਨ ਨਾ ਛਾਡੂ ਸਰੀਰ ਕਲ ਜਾਏ। ਮੇਰੀ ਹਰੋ ਵਿਪਤ ਜਨ ਕਰੋ ਸੁਭਾਈ, ਚਰਨ ਨਾ ਛਾਡੂ ਸਰੀਰ ਕਲ ਜਾਏ। ਤੀਸਰੀ ਕੜੀ ਦੇ ਵਿੱਚ ਸਤਿਗੁਰੂ ਰਵਿਦਾਸ ਜੀ ਨੇ ਆਪਾਂ ਨੂੰ ਕੀ ਬਿਆਨ ਕੀਤਾ ਜੀ? ਕੁੱਲ ਮਾਲਕ, ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕਰ ਚੁੱਕਾ, ਅਕਾਲ ਪੁਰਖ ਦਾ ਸਾਕਾਰ ਰੂਪ ਹੁੰਦੇ ਹੋਏ ਆਪਣੀ ਬਾਣੀ ਦੇ ਅੰਦਰ ਕੀ ਜ਼ਿਕਰ ਕਰ ਰਿਹਾ ਹੈ, ਆਪਣੀ ਅਵਸਥਾ ਕੀ ਬਿਆਨ ਕਰ ਰਿਹਾ ਹੈ, ਸਾਨੂੰ ਸਮਝਾਉਣ ਦੀ ਕੀ ਕੋਸ਼ਿਸ਼ ਕਰ ਰਿਹਾ ਹੈ। ਕਹਿੰਦੇ ਮੇਰੀ ਹਰੋ ਵਿਪਤ, ਹਰੋ ਤੋਂ ਭਾਵ ਦੂਰ ਕਰਨਾ, ਵਿਪਤ ਤੋਂ ਭਾਵ ਮੁਸੀਬਤ, ਉਹ ਕੁੱਲ ਮਾਲਕ ਅਕਾਲ ਪੁਰਖ ਨੂੰ ਕੀ ਮੁਸੀਬਤ ਹੋ ਸਕਦੀ? ਜਨ ਕਰੋ ਸਭਾਈ। ਅਗਲੀ ਕੜੀ ਚ ਕੀ ਫਰਮਾਇਆ? ਕਹਿੰਦੇ ਚਰਨ ਨਾ ਛਾਡੂ ਸਰੀਰ ਕਲ ਜਾਈ। ਕਹਿੰਦੇ ਐ ਮਾਲਕ, ਐ ਕੁੱਲ ਮਾਲਕ ਅਕਾਲ ਪੁਰਖ, ਕਹਿੰਦੇ ਮੈਂ ਤੇਰਾ ਦਰ ਕਹਿ ਲਓ, ਤੇਰੇ ਚਰਨ ਕਹਿ ਲਓ। ਕਹਿੰਦੇ ਦੁਨੀਆ ਦੀ ਕੋਈ ਮੁਸੀਬਤ ਆ ਜਾਏ, ਲੇਕਿਨ ਜਿਹੜੀ ਉਹ ਛੱਡਣ ਵਾਸਤੇ ਤਿਆਰ ਨਹੀਂ। ਇਹ ਗੱਲ ਕਿੱਥੋਂ ਪਤਾ ਲੱਗੀ? ਇਹਨਾਂ ਗੁਣਾਂ ਦਾ ਕਿੱਥੋਂ ਪਤਾ ਲੱਗਾ? ਬਾਣੀ ਦੇ ਉੱਪਰ ਵਿਚਾਰ ਕਰਨ ਦੇ ਨਾਲ ਇਸ ਇਨਸਾਨ ਦੇ ਅੰਦਰ ਉਹ ਸੋਝੀ ਆ ਗਈ। ਕਿਤੇ ਕਿਤੇ ਮਹਾਤਮਾ ਨੇ ਆਪਣੀ ਬਾਣੀ ਦੇ ਅੰਦਰ ਜ਼ਿਕਰ ਕੀਤਾ ਜੀ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਆਪਾਂ ਗੱਲ ਕਰ ਲਈਏ। ਉਹਨਾਂ ਨੇ ਆਪਣੇ ਆਪ ਨੂੰ ਇੱਕ ਜਗ੍ਹਾ ਤੇ ਲਿਖਿਆ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਈ। ਹੁਣ ਜੇ ਕਬੀਰ ਸਾਹਿਬ ਜੀ ਬੁਰੇ ਸਨ ਤੇ ਫਿਰ ਦੇਖੋ ਆਪਾਂ ਬੁਰਿਆਂ ਦੀ ਪੂਜਾ ਕਰੀ ਜਾ ਰਹੇ, ਤੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਬਣੀ, ਤੇ ਫਿਰ ਬੁਰਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਗਈ? ਨਹੀਂ, ਲੇਕਿਨ ਉਹਨਾਂ ਨੇ ਜ਼ਿੰਦਗੀ ਉਹਨਾਂ ਦੀ ਕਹਿ ਲਓ, ਗੁਣ ਉਹਨਾਂ ਦੇ ਕਹਿ ਲਓ, ਲੇਕਿਨ ਉਹਨਾਂ ਨੇ ਸਾਡੇ ਲੈਵਲ ਤੇ ਆ ਕੇ ਲਿਖੀ। ਕੀ ਫਰਮਾਇਆ? ਕਹਿੰਦੇ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਕਹਿੰਦੇ ਜਿਸਨੇ ਇਹੋ ਜੀ ਅਵਸਥਾ ਬਣਾ ਲਈ, ਉਹ ਮੇਰਾ ਮਿੱਤਰ ਆ, ਉਹ ਮੇਰਾ ਜਿਹੜਾ ਉਹ ਦੋਸਤ ਆ। ਇਸ ਕਰਕੇ ਸਤਿਗੁਰੂ ਰਵਿਦਾਸ ਜੀ ਨੇ ਕੀ ਫਰਮਾਇਆ? ਕਹਿੰਦੇ ਮੇਰੀ ਹਰੋ ਵਿਪਤ, ਵਿਪਤ ਹੈ ਨਹੀਂ, ਲੇਕਿਨ ਆਪਣੇ ਆਪ ਨੂੰ ਉਸ ਅਵਸਥਾ ਦੇ ਅੰਦਰ ਸਤਿਗੁਰੂ ਰਵਿਦਾਸ ਜੀ ਜਿਹੜੀ ਉਹ ਲੈ ਕੇ ਜਾ ਰਿਹਾ। ਸ਼ਬਦ ਦੀਆਂ ਅਖੀਰ ਦੀਆਂ ਕੜੀਆਂ ਸਰਵਣ ਭੈਣ ਜੀ ਪਾਸੋਂ ਸਰਵਣ ਕਰੋ ਕਿ ਸਤਿਗੁਰੂ ਰਵਿਦਾਸ ਜੀ ਨੇ ਇਹ ਸ਼ਬਦ ਜਿਹੜਾ ਉਸ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਸਮਾਪਤ ਕੀਤਾ। ਹਾਂਜੀ। ਕਹੋ ਰਵਿਦਾਸ ਪਰੋ ਤੇਰੀ ਸਾਬਾ, ਬੇਗ ਮਿਲੋ ਜਨ ਕਰ ਨਾ ਬਿਲੰਬਾ। ਕਹੋ ਰਵਿਦਾਸ ਪਰੋ ਤੇਰੀ ਸਾਬਾ, ਬੇਗ ਮਿਲੋ ਜਨ ਕਰ ਨਾ ਬਿਲੰਬਾ। ਅਖੀਰ ਦੀਆਂ ਕੜੀਆਂ ਵਿੱਚ ਸਤਿਗੁਰੂ ਰਵਿਦਾਸ ਜੀ ਨੇ ਆਪਾਂ ਨੂੰ ਕੀ ਬਿਆਨ ਕੀਤਾ? ਕਹੇ ਰਵਿਦਾਸ ਪਰੋ ਤੇਰੀ ਸਾਬਾ। ਸਤਿਗੁਰੂ ਰਵਿਦਾਸ ਜੀ ਨੇ ਕੀ ਫਰਮਾਇਆ? ਕਹਿੰਦੇ ਐ ਕੁੱਲ ਮਾਲਕ ਅਕਾਲ ਪੁਰਖ, ਕਹਿੰਦੇ ਮੈਂ ਤੇਰੀ ਸ਼ਰਨ ਦੇ ਵਿੱਚ ਬਈ ਆ ਗਿਆ। ਜਦੋਂ ਇਹ ਇਨਸਾਨ ਸ਼ਰਨ ਵਿੱਚ ਆ ਜਾਏਗਾ ਨਾ, ਤੇ ਫਿਰ ਇਸ ਦੀ ਗੱਲ ਜਿਹੜੀ ਉਹ ਬਣ ਜਾਏਗੀ।
ਸ਼ਰਨ ਕਹਿ ਲਓ, ਪਨਾਹ ਕਹਿ ਲਓ, ਜਾਂ ਕਿਸੇ ਹੋਰ ਲਫ਼ਜ਼ ਨਾਲ ਆਪਾਂ ਇਸ ਨੂੰ ਜ਼ਿਕਰ ਕਰ ਸਕਦੇ ਹਾਂ, ਤੇ ਫਿਰ ਇਹ ਇਨਸਾਨ ਉਸ ਮਾਲਕ ਦੇ ਅੰਦਰ ਜਿਹੜਾ ਜਾ ਕੇ ਸਮਾ ਸਕਦਾ। ਇਸ ਕਰਕੇ ਸ਼ਬਦ ਦੇ ਅਖੀਰ ਦੇ ਵਿੱਚ ਸਤਿਗੁਰੂ ਰਵਿਦਾਸ ਜੀ ਨੇ ਕੀ ਫਰਮਾਇਆ ਕਿ ਭਾਈ ਉਹ ਗੁਣ ਉਸਦੇ ਬੇਗਮਪੁਰੇ ਦੇ ਵਿੱਚ ਵਸਣ ਦੇ ਲਈ ਜੇਕਰ ਆਪਾਂ ਉਸਦੇ ਗੁਣ ਨਹੀਂ ਧਾਰਨ ਕੀਤੇ ਨਾ ਤੇ ਫਿਰ ਗੱਲ ਜਿਹੜੀ ਉਹ ਨਹੀਂ ਬਣ ਸਕੇ। ਗੁਰਮੁਖ ਪਿਆਰਿਓ, ਕਿਸੇ ਵੀ ਚੀਜ਼ ਦੀ ਮਹਾਨਤਾ ਉਸ ਦੀ ਸਮਝ ਉੱਪਰ ਖੜੀ ਹੈ। ਜੇਕਰ ਬਾਣੀ ਸਮਝ ਵਿੱਚ ਨਹੀਂ ਪਈ ਤਾਂ ਫਿਰ ਆਪਾਂ ਇਸ ਤੋਂ ਪੂਰਾ ਫਾਇਦਾ ਨਹੀਂ ਉਠਾ ਸਕਾਂਗੇ। ਜ਼ਿੰਦਗੀ ਨੂੰ ਸਫਲ ਕਰਨ ਲਈ ਬਾਣੀ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣਾ ਪਵੇਗਾ। ਸਤਿਗੁਰੂ ਰਵਿਦਾਸ ਜੀ ਦੇ ਸ਼ਹਿਰ ਵਿੱਚ ਵਸਣ ਲਈ ਉਸ ਦੇ ਗੁਣਾਂ ਨਾਲ ਸਾਂਝ ਪਾਉਣੀ ਪਵੇਗੀ। ਜਿਹੜੀ ਚੀਜ਼ ਸਤਿਗੁਰੂ ਰਵਿਦਾਸ ਜੀ ਨੂੰ ਪਸੰਦ ਨਹੀਂ, ਜਿਹੜੀ ਚੀਜ਼ ਭਗਵਾਨ ਵਾਲਮੀਕ ਜੀ ਦੇ ਅਸੂਲਾਂ ਦੇ ਵਿਰੁੱਧ ਹੈ, ਉਸ ਦਾ ਤਿਆਗ ਕਰਨਾ ਪਵੇਗਾ। ਤਾਂ ਹੀ ਆਪਾਂ ਉਸ ਮਾਲਕ ਨਾਲ ਮਿਲਾਪ ਕਰ ਸਕਦੇ ਹਾਂ, ਉਸ ਗੁਰੂ ਦੇ ਸੇਵਕ ਕਹਾਉਣ ਦੇ ਹੱਕਦਾਰ ਬਣ ਸਕਦੇ ਹਾਂ। ਜਿੰਨੀ ਕੁ ਸਮਝ ਉਸ ਮਾਲਕ ਨੇ ਸਾਨੂੰ ਦਿੱਤੀ, ਬੁੱਧੀ ਬਖਸ਼ੀ, ਉਸ ਅਨੁਸਾਰ ਅੱਜ ਦੇ ਸ਼ਬਦ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਮੂਹ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਅੱਜ ਦੇ ਮੀਡੀਆ ਦੇ ਯੁੱਗ ਵਿੱਚ ਕਾਂਸ਼ੀ ਟੈਲੀਵਿਜ਼ਨ ਦਾ ਵੱਧ ਤੋਂ ਵੱਧ ਸਾਥ ਦਈਏ ਤਾਂ ਜੋ ਇਹ ਚੰਗੇ ਤੋਂ ਚੰਗੇ ਪ੍ਰੋਗਰਾਮ ਸੰਗਤ ਦੀ ਸੇਵਾ ਵਿੱਚ ਲਿਆ ਸਕਣ। ਭਗਵਾਨ ਵਾਲਮੀਕ ਜੀ ਕੀ ਜੈ, ਸਤਿਗੁਰੂ ਰਵਿਦਾਸ ਜੀ ਕੀ ਜੈ।